ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਥ ਸਪਤੰ ਰਾਸ ਕਥਨੰ ਦੋਹਰਾ। ਮਾਇਆ ਸੋ ਸਵਲ ਜੋ ਭਇਓ ਜਿਤ ਕਿਤ ਵਿਆਪ ਸਮਾਨ। ਸਾਰ ਅਸਾਰ ਸੰਸਾਰ ਕਰ ਸਚ ਦਾ ਆਨੰਦ ਮਹਾਨ। ਮਾਇਆ ਸੋ ਸਵਲ ਜੋ ਭਇਓ ਜਿਤ ਕਿਤ ਵਿਆਪ ਸਮਾਨ। ਸਾਰ ਅਸਾਰ ਸੰਸਾਰ ਕਰ ਸਚ ਦਾ ਆਨੰਦ ਮਹਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਹਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਮਿਹਰਾਮਤਾਂ ਦੇ ਸਾਗਰ ਕਿਰਪਾ ਦੇ ਖਜ਼ਾਨੇ ਹਾਜ਼ਰਾ ਹਜੂਰ ਜਹਰਾ ਜਹੂਰ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀ ਭਰਦਿਆਂ ਹੋਇਆਂ ਖੁੱਲੇ ਰੂਪ ਅੰਦਰ ਦਰਸ਼ਨ ਪਰਸਨ ਦੇ ਸੁਭਾਗ ਪ੍ਰਾਪਤ ਹੋ ਰਹੇ ਹਨ। ਔਰ ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਲੰਬੇਰੇ ਸਮੇਂ ਤੋਂ ਲੜੀਵਾਰ ਰੂਪ ਅੰਦਰ ਗੁਰ ਇਤਿਹਾਸ ਦੀ ਅੰਮ੍ਰਿਤ ਰੂਪ ਗਾਥਾ
ਨਿਤਾ ਪ੍ਰਤੀ ਹਾਜ਼ਰੇ ਭਰ ਕਰਕੇ ਆਪ ਜੀ ਸ਼ਰਵਣ ਕਰਦੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜੀ ਕੇ ਪਾਵਨ ਪਵਿੱਤਰ ਜੀਵਨ ਕੌਤਕ ਪ੍ਰਸੰਗ ਆਪ ਜੀਆਂ ਜਥਾ ਪਿਛਲੇ ਦੀਵਾਨ ਵਿੱਚ ਸ਼ਰਵਣ ਕੀਤੇ ਹਨ ਕਿ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਦੁਆਰਾ ਇਹ ਪ੍ਰਸਿੱਧ ਕੀਤਾ ਹੈ ਕਿ ਜੋ ਕਰਾਮਾਤ ਹੈ ਉਹ ਕਹਿਰ ਦਾ ਨਾਮ ਹੈ, ਜਿਸ ਦੇ ਚੱਲਦਿਆਂ ਜੋ ਬਾਬਾ ਅਟਲ ਰਾਏ ਦੀਆਂ ਕਰਾਮਾਤ ਵਿਖਾਈ ਸੀ, ਉਹਦੇ ਬਦਲੇ ਮਹਾਰਾਜ ਦੇ ਬਚਨ ਹੋਏ ਸੀ ਵੀ ਜਾਂ ਤੁਸੀਂ ਰਹੋਗੇ ਸੰਸਾਰ 'ਤੇ ਜਾਂ ਅਸੀਂ ਰਵਾਂਗੇ। ਤੋ ਬਾਬਾ ਅਟਲ ਰਾਏ ਜੀਆਂ ਹਜ਼ੂਰ ਦਾ ਬਚਨ ਪਾਲਣਾ ਕੀਤਾ ਔਰ ਜਿੱਥੇ ਕੌਲਸਰ ਸਾਹਿਬ ਦਾ ਪਾਵਨ ਸਰੋਵਰ ਸਥਾਨ ਹੈ, ਇਹਦੇ ਕੰਢੇ 'ਤੇ ਇਸ਼ਨਾਨ ਕਰਦਿਆਂ ਸਰੋਵਰ ਦਾ ਇੱਕ ਜਪਜੀ ਸਾਹਿਬ ਜਾਪ ਕਰਕੇ ਸਰੀਰ ਤਿਆਗ ਦਿੱਤਾ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੱਥੇ ਅੰਤਮ ਸੰਸਕਾਰ ਚੰਦਨ ਦੀ ਚਿਖਾ ਅੰਦਰ ਆਪਣੇ ਸਾਹਿਬਜ਼ਾਦੇ ਦਾ ਕੀਤਾ। ਉਸ ਤੋਂ ਬਾਅਦ ਬਾਬਾ ਅਟਲ ਰਾਏ ਜੀ ਨੂੰ ਬਹੁਤ ਭਾਰੀ ਵਰਦਾਨ ਦਿੱਤੇ। ਗ੍ਰਹਿ ਵਿਖੇ ਸ਼੍ਰੀ ਅਕਾਲ ਤਖਤ ਵਾਹਿਗੁਰੂ ਪਾਵਨ ਪਵਿੱਤਰ ਸਥਾਨ ਜਿਹੜਾ ਸਤਿਗੁਰਾਂ ਮਹਾਰਾਜ ਦਾ ਘਰ ਹੈ, ਗੁਰੂ ਕੇ ਮਹਿਲ, ਇੱਥੇ ਸ਼੍ਰੀ ਸਹਿਜ ਪਾਠ ਪਾਵਨ ਜਾਪ ਆਰੰਭ ਹੋਏ। ਔਰ 10ਵੇਂ ਦਿਨ ਜੋ ਬਾਬਾ ਅਟਲ ਰਾਏ ਜੀਆਂ ਦੇ ਨਿਮਿੱਤ ਭੋਗ ਪਾਏ ਗਏ ਹਨ, ਸੰਪੂਰਨ ਗੁਰਬਾਣੀ ਪੜ੍ਹ ਕਰਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਆਂ ਜੋ ਗ੍ਰੰਥੀ ਸਿੰਘ ਸਾਹਿਬ, ਸਿੱਖ ਸਾਹਿਬ ਜਿਨ੍ਹਾਂ ਨੇ ਇਹ ਸਾਰੀ ਬਾਣੀ ਪੜ੍ਹੀ, ਉਹਨਾਂ ਗੁਰਮੁਖਾਂ ਕੀਰਤਨੀਏ ਸਿੱਖਾਂ ਦਾ ਬਹੁਤ ਭਾਰੀ ਅਦਬ ਸਤਿਕਾਰ ਕਰਦਿਆਂ ਖੁੱਲ੍ਹੀ ਮਾਇਆ ਸੁੰਦਰ ਪੋਸ਼ਾਕੇ ਬਣਵਾ ਕੇ ਮਹਾਰਾਜ ਜੀਆਂ ਉਹਨਾਂ ਸਿੱਖਾਂ ਨੂੰ ਪਹਿਨਾਉਣਾ ਕੀਤੇ ਹੈ। ਫਿਰ ਘਰ ਵਿੱਚ ਜਿਹੜਾ ਕੋਈ ਰੋਦਨ ਕਰਦਾ, ਜਿਵੇਂ ਕਿ ਧੰਨ ਮਾਤਾ ਨਾਨਕੀ ਜੀ ਤੋਂ ਆਦਿ ਮਹਾਰਾਜ ਦਾ ਪਰਿਵਾਰ ਜਾਂ ਕੋਈ ਸਿੱਖ ਸੰਗਤਾਂ, ਉਹ ਜਿਵੇਂ ਕੋਈ ਰੋਦਨ ਕਰਦਾ ਹੈ, ਮਹਾਰਾਜ ਨੇ ਫਿਰ ਭਾਈ ਗੁਰਦਾਸ ਜੀ ਨੂੰ ਆਖ ਭੇਜਿਆ ਅਕਾਲ ਤਖਤ ਸਾਹਿਬ ਤੋਂ ਵੀ ਭਾਈ ਸਾਹਿਬ ਜੀ ਆਪ ਜਾ ਕਰਕੇ ਇਹਨਾਂ ਨੂੰ ਕੋਈ ਗਿਆਨਮਈ ਉਪਦੇਸ਼ ਦੇ ਕੇ ਸਮਝਾਓ ਸਾਡੀ ਤਰਫੋਂ। ਭਾਈ ਗੁਰਦਾਸ ਜੀਆਂ ਨੇ ਫਿਰ ਬਹੁਤ ਭਾਰੀ ਗਿਆਨਮਈ ਉਪਦੇਸ਼ ਉਹ ਬਖਸ਼ਣਾ ਕੀਤੇ ਸੀਗੇ ਕਿ ਇਹ ਜਿਹੜਾ ਸੰਸਾਰ ਹੈ ਇਹ ਤਾਂ ਸਾਧ ਸੰਗਤ ਜੀ ਨਹਿ ਰੁਦ ਨਹੁ ਕਰ ਬਦਨ ਮਲੀਨਾ, ਜਾਏ ਸਭਨ ਕੋ ਧੀਰਜ ਦੀਨਾ, ਜਗ ਖੇਤੀ ਹੈ ਪ੍ਰਭੂ ਕਰੀ ਹੈ, ਕਾਚੀ ਗਦਰੀ ਪਾਕ ਖਰੀ ਹੈ। ਤੋ ਇਹ ਤਾਂ ਅਕਾਲ ਪੁਰਖ ਦੀ ਖੇਤੀ ਹੈ ਸਾਧ ਸੰਗਤ ਦੀ, ਜਿਹੜਾ ਸੰਸਾਰ ਹੈ, ਅਤੇ ਉਹਦੀ ਇੱਛਾ ਅਨੁਸਾਰ ਹੀ ਕੱਚੀ ਵੱਢ ਲਵੇ, ਡੱਡਰੀ ਜਿਹਨੂੰ ਕਹਿੰਦੇ ਅੱਧ ਪੱਕੀ ਉਹ ਵੱਢ ਲਵੇ ਜਾਂ ਪੂਰੀ ਪੱਕੀ ਨੂੰ ਵੱਢ ਲਵੇ। ਇਹ ਤਾਂ ਅਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਉਹ ਕਿਰਪਾ ਹੈ ਜਾਂ ਉਹਦੀ ਮੌਜ ਹੈ, ਉਹਦੇ ਹੁਕਮ ਸਾਰਿਆਂ ਉੱਪਰ ਇੱਕ ਸਾਰ ਰਾਜਾ ਰਾਉ ਨਾ ਕੋਰ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਦਾ ਜਿਹੜਾ ਹੈ ਨਾ ਉਹ ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਫਰਮਾਨ ਦੇ ਕੇ ਭਾਈ ਗੁਰਦਾਸ ਜੀਆਂ ਫਿਰ ਬੜੇ ਵਿਧੀ ਨਾਲ ਸਮਝਾਇਆ ਅਤੇ ਸਾਰਿਆਂ ਦੀ ਭਾਈ ਵਾਰੀ ਸਗਰੇ ਆਪੋ ਆਪਣੀ ਵਾਰੀ, ਜਾਤ ਚੱਲੇ ਕੋ ਧੀਰ ਨਾ ਧਾਰੀ। ਸਭ ਸੰਸਾਰ ਆਪੋ ਆਪਣੀ ਵਾਰੀ 'ਤੇ ਤੁਰਿਆ ਜਾਂਦਾ ਹੈ, ਤੁਰਿਆ ਆਉਂਦਾ ਤੁਰਿਆ ਜਾਂਦਾ ਹੈ। ਅਤੇ ਗੁਰੂ ਅਮਰਦਾਸ ਦੇ ਬਚਨ ਯਾਦ ਕਰਾਏ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਸਿੱਖਾਂ ਨੇ ਇਸ ਤਰ੍ਹਾਂ ਰੋਦਨ ਨਹੀਂ ਕਰਨਾ। ਤੋ ਇੱਥੇ ਸਾਧ ਸੰਗਤ ਜੀ ਸੰਗਤ ਬਹੁਤ ਜੁੜੀ ਹੋਈ ਸੀਗੀ। ਮਹਾਰਾਜ ਦੇ ਜਿੰਨੇ ਰਿਸ਼ਤੇ ਨਾਤੀਦਾਰ ਸਨਗੇ ਉਹ ਸਾਰੇ, ਅਤੇ ਗੁਰੂ ਅੰਗਦ ਦੇਵ ਮਹਾਰਾਜ ਦਾ ਪਰਿਵਾਰ ਖਡੂਰ ਸਾਹਿਬ ਤੋਂ, ਗੁਰੂ ਅਮਰਦਾਸ ਮਹਾਰਾਜ ਦਾ ਪਰਿਵਾਰ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਔਰ ਡੱਲੇ ਪਿੰਡ ਤੋਂ, ਔਰ ਇਸੇ ਤਰ੍ਹਾਂ ਸਾਧ ਸੰਗਤ ਦੀ ਮਹਾਰਾਜ ਦੇ ਮਹਿਲ ਜਿਹੜੇ ਸਨ ਉਹਨਾਂ ਦੇ ਪੇਕੇ ਪਿੰਡ ਭਾਈ ਸਾਹਿਬ ਭਾਈ ਬਾਬਾ ਗੁਰਦਿੱਤਾ ਜੀ ਦੇ ਸਹੁਰਾ ਜਿਹੜਾ ਨਗਰ ਹੈ ਉਹ ਸਾਰਾ ਪਹੁੰਚਿਆ। ਬਹੁਤ ਭਾਰੀ ਇਕੱਠ, ਇਲਾਕੇ ਦੀਆਂ ਦੂਰ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਾਹਿਬਜ਼ਾਦੇ ਦੇ ਸੱਚਖੰਡ ਚਾਲੇ ਦੀ ਖਬਰ ਸੁਣ ਕੇ ਪਹੁੰਚ ਰਹੀਆਂ ਹਨ। ਭੋਗ ਤੋਂ ਉਪਰੰਤ ਮਹਾਰਾਜ ਨੇ ਸਭ ਨੂੰ ਖੁਸ਼ੀਆਂ ਬਖਸ਼ਦਿਆਂ ਹੋਇਆਂ ਆਪੋ ਆਪਣੇ ਨਗਰਾਂ ਨੂੰ ਵਿਦਾ ਕੀਤਾ ਸੀਗਾ।
ਘਰ ਘਰ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਹੁੰਦੀ। ਸਭ ਕਹਿੰਦੇ ਕਿ ਬਾਬਾ ਅਟਲ ਰਾਏ ਜੀ ਦੀ ਉਮਰ ਥੋੜ੍ਹੀ ਹੈ ਸੀ, ਜੇ ਕਿਤੇ ਵੱਡੇ ਹੁੰਦੇ ਤੇ ਕਿੱਡੀ ਅਜ਼ਮਤ ਦੇ ਭਾਰੀ ਮਾਲਕ ਹੁੰਦੇ। ਤੋ ਇਸ ਤਰ੍ਹਾਂ ਕੁਝ ਸਿਆਣੇ ਸਿੱਖ ਕਹਿੰਦੇ ਵੀ ਜਿਹੜੀ ਗੱਦੀ ਹੈ ਗੁਰੂ ਨਾਨਕ ਸਾਹਿਬ ਦੀ, ਇਹ ਹੈ ਹੀ ਜਿਹੜੀ ਨਾ ਉਹ ਸੁੱਖ ਦੇਣ ਵਾਲੀ, ਸੁਖਕਾਰੀ ਹੈ। ਤੋ ਐਸੀ ਗੱਦੀ ਜਿਹੜੀ ਆ, ਉਹ ਗੱਦੀ ਦੇ ਉੱਪਰ ਗੁਰੂ ਨਾਨਕ ਸਾਹਿਬ ਉਹਨਾਂ ਦੇ ਅੱਗੇ ਜਿਹੜੇ ਦਾਸ ਹੈ, ਜਿਨ ਕੇ ਸਮਝਕ ਭਇਓ ਨਾ ਕੋਈ, ਦਾਸ ਕਨੇ ਅਜਮਤ ਜੁਤ ਹੋਈ, ਉਹਨਾਂ ਦੇ ਅੱਗੇ ਦੀ ਅੱਗੇ ਸੇਵਕ ਜਿਹੜੇ ਹੋਏ ਹੈ, ਉਹ ਵੀ ਭਾਰੀ ਤਾਕਤਾਂ ਵਾਲੇ, ਦਾਸ ਦਾਸ ਕੇ ਦਾਸ ਵਿਸਾਲੇ, ਤਿਸ ਕਰਕੇ ਵੀ ਅਜਮਤ ਵਾਲੇ। ਇਹਨਾਂ ਦੇ ਘਰ ਦੇ ਤਾਂ ਦਾਸਾਂ ਦੇ ਦਾਸ, ਅੱਗੇ ਉਹਨਾਂ ਦੇ ਦਾਸ ਸਿੱਖ ਵੀ ਸ਼ਕਤੀਆਂ ਵਾਲੇ ਹੋਏ ਹੈ। ਤੇ ਇਹ ਬਾਬਾ ਅਟਲ ਰਾਏ ਤਾਂ ਫੇਰ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਸਨਗੇ। ਇਸ ਤਰ੍ਹਾਂ ਖਾਲਸਾ ਜੀ ਬੜੀ ਭਾਰੀ ਵਡਿਆਈ ਹੁੰਦੀ ਹੈ ਬਾਬਾ ਅਟਲ ਰਾਏ ਦੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਸੰਗਤਾਂ ਵੇਖ ਵੇਖ ਕੇ ਹੈਰਾਨ ਹਨ। ਕਵੀ ਰਾਜ ਕਹਿੰਦੇ ਵੇਖੋ ਕਿੱਡਾ ਵੱਡਾ ਪਰਿਵਾਰ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਤੇ ਜਦੋਂ ਪਰਿਵਾਰ ਵੱਡੇ ਹੁੰਦੇ ਉਹਦੇ ਵਿੱਚ ਖੁਸ਼ੀ ਤੇ ਗਮੀ ਦੇ ਚਾਂਸ ਵੀ ਵੱਧ ਹੁੰਦੇ ਹੈ। ਕੋਈ ਜੰਮਦਾ ਹੈ, ਕੋਈ ਮਰ ਜਾਂਦਾ ਹੈ। ਐਡੇ ਵੱਡੇ ਪਰਿਵਾਰ 'ਚ ਰਹਿੰਦਿਆਂ ਹੋਇਆਂ ਮਹਾਰਾਜ ਦਾ ਐਸੀ ਕਲਾ ਹੈ ਵੀ ਜਿਵੇਂ ਪਾਣੀ ਦੇ ਵਿੱਚ ਬੈਠਾ ਕੋਈ ਪੋਸ਼ਾਕ ਸੁੱਕੀ ਲਈ ਰੱਖੇ, ਭਾਵ ਉਹਦਾ ਚੋਲਾ ਨਾ ਗਿੱਲਾ ਹੋਵੇ, ਪਾਣੀ 'ਚ ਟੁੱਬੀ ਵੀ ਮਾਰ ਆਵੇ। ਪਰਿਵਾਰ ਗ੍ਰਸਤ ਨਿਭਾਉਂਦਿਆਂ ਮਹਾਰਾਜ ਨੇ ਕਦੇ ਸਾਧ ਸੰਗਤ ਜੀ ਆਪਦੀ ਬਿਰਤੀ ਰੂਪੀ ਪੋਸ਼ਾਕੇ ਨੂੰ ਉਹ ਸੁੱਖ ਦੁੱਖ ਰੂਪੀ ਜਲ ਦੇ ਨਾਲ ਕਦੇ ਗਿੱਲਾ ਨਹੀਂ ਹੋਣ ਦਿੱਤਾ। ਇਹੋ ਜਿਹੀ ਤਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਬਣ ਆਉਂਦੀ ਹੈ, ਤੇ ਜਾਂ ਇਹੋ ਜਿਹੀ ਬਿਰਤੀ ਉਹਨੂੰ ਬਣ ਆਉਂਦੀ ਹੈ ਜਿਹਦੇ ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਦੇਣ। ਗੁਰ ਕਿਰਪਾ ਜਿਸ ਜਨ ਕੋ ਕੀਨੀ ਤੇ ਇਹ ਜੁਗਤ ਪਛਾਨੀ। ਤੋ ਉਹਨੇ ਇਹ ਜੁਗਤੀ ਪਛਾਣੀ ਕਿਹੜੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਸਮ ਅਵਸਥਾ ਉਹਨਾਂ ਦੀ ਹੋਈ ਜਿਹਦੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਹੋਵੇ, ਨਹੀਂ ਤਾਂ ਸਾਰਾ ਸੰਸਾਰ ਹੀ ਦੁੱਖ ਦੇ ਵਿੱਚ ਬਹੁਤ ਭਾਰੀ ਸ਼ੋਕ ਮਨਾਉਂਦਾ ਹੈ, ਤੇ ਸੁਖੀ ਹੁੰਦਾ ਉਦੋਂ ਖੁਸ਼ੀ ਮਨਾਉਂਦਾ ਹੈ। ਉਹ ਦਿਨ ਰਾਤ ਦੇ ਵਾਂਗਰਾਂ ਸੁੱਖ ਦੁੱਖ ਬਿਰਤੀ ਉੱਪਰ ਚੜ੍ਹੇ ਹੀ ਰਹਿੰਦੇ, ਕਦੇ ਖੁਸ਼ ਹੋ ਜਾਂਦਾ, ਕਦੇ ਦੁਖੀ ਹੁੰਦਾ ਹੈ। ਬਿਰਤੀ ਸਾਹਮਣੀ ਰਹਿੰਦੀ ਕਿਸੇ ਪ੍ਰਾਣੀ ਦੀ ਵੀ, ਉਹ ਉਹਦੀ ਰਹਿੰਦੀ ਆ ਜਿਹਦੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬਹੁਤ ਭਾਰੀ ਕਿਰਪਾ ਹੁੰਦੀ ਹੈ। ਐਸੇ ਮਹਾਨ ਖਾਲਸਾ ਜੀ ਆਪਾਂ ਪ੍ਰਸੰਗ ਜਿਹੜੇ ਸ਼ਰਵਣ ਕੀਤੇ, ਨਾਲ ਹੀ 6ਵੀਂ ਰਾਸ ਕੱਲ੍ਹ ਸਮਾਪਤ ਹੋ ਚੁੱਕੀ ਹੈ। 59 ਅੰਸੂ ਹਨ ਇਸ ਰਾਸ ਦੇ। ਅੱਗੇ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਜੋ ਮਰਿਆਦਾ ਹੈ ਕਿ ਇਹਦਾ ਨਾਮ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਤਦੇ ਹੀ ਕਵੀ ਰਾਜ ਜੀਆਂ ਰੱਖਿਆ ਹੈ। ਇਹਦੇ ਸੁਭਾਅ ਸੂਰਜ ਵਾਂਗੂ ਜਣਾਇਆ ਹੈ। ਜਿਵੇਂ ਸੂਰਜ ਦੇ ਸਾਧ ਸੰਗਤ ਜੀ 12 ਰਾਸਾਂ ਹੁੰਦੀਆਂ, ਜਿਵੇਂ ਆ ਕੱਲ੍ਹ ਨੂੰ ਹੁਣ ਜਿਵੇਂ ਚੇਤਰ ਦਾ ਮਹੀਨਾ ਚੜ੍ਹ ਪੈਣਾ, ਅਗਲੀ ਰਾਸ਼ੀ ਵਿੱਚ ਸੂਰਜ ਪ੍ਰਵੇਸ਼ ਕਰਦਾ ਹੈ। ਇਸੇ ਤਰ੍ਹਾਂ 12 ਰਾਸਾਂ ਵਿੱਚ ਕਥਾ ਲਿਖੀ ਹੈ ਕਵੀ ਰਾਜ ਜੀਆਂ। ਅੰਸੂ ਹੁੰਦੇ ਆ, ਜਿਵੇਂ ਅਧਿਆ ਕਹਿ ਦਿੰਦੇ ਆਪਾਂ। ਅੰਸੂ ਨਾਮ ਕਿਰਨਾਂ ਦਾ ਹੈ। 59 ਅੰਸੂ, ਜਿਵੇਂ ਇੱਕ ਅੰਸੂ ਦੀ ਤਕਰੀਬਨ ਆਪਾਂ ਰੋਜ਼ ਕਥਾ ਸੁਣਦੇ ਸਾਂ ਵੀ ਅੱਜ ਆਹ ਅਧਿਆ ਦੀ ਗੱਲ ਚੱਲੇਗੀ। ਜਿਵੇਂ ਬਾਬਾ ਅਟਲ ਰਾਏ ਦੀ ਕੌਤਕ ਖੇਡਾਂ ਦੇ ਉਹ ਚੱਲਿਆ, ਉਹ ਇੱਕ ਇੱਕ ਅਧਿਆ ਕਰਕੇ ਜਿਹੜੀ ਕਥਾ ਸੁਣਦੇ ਹੋ, ਇੱਕ ਅਧਿਆ ਨੂੰ ਅੰਸੂ ਦਾ ਨਾਮ ਦਿੱਤਾ ਕਵੀ ਰਾਜ ਜੀਆਂ। ਅੰਸੂ ਦਾ ਮਾਇਨਾ ਹੁੰਦਾ ਕਿਰਨ। ਜਿਵੇਂ ਸੂਰਜ ਕਿਰਨਾਂ ਛੱਡਦਾ ਹੈ ਨਾ, ਉਹ ਕਿਰਨਾਂ ਦਾ ਆਨੰਦ ਮਾਣਦੇ ਆ। ਕਿੰਨੀ ਬਨਸਪਤੀ ਵਿੱਚ ਰਸ ਭਰ ਜਾਂਦਾ ਹੈ ਸੂਰਜ ਦੀ ਕਿਰਨ ਕਰਕੇ ਹੀ ਹੈ। ਖਾਲਸਾ ਜੀ ਖੇਤੀਆਂ ਪੱਕਦੀਆਂ, ਬੀਜ ਬਣਦੇ, ਉਹਨਾਂ ਦੇ ਅੰਦਰ ਦੁੱਧ ਆ ਪੈਂਦਾ। ਇਸੇ ਤਰ੍ਹਾਂ ਉਹ ਸੂਰਜ ਗੁਰਪ੍ਰਤਾਪ ਸੂਰਜ ਦੀ ਗ੍ਰੰਥ ਜਿਹੜੀ ਕਥਾ ਹੈ ਦੀ ਮਹਾਰਾਜ ਦੀ ਮਹਿਮਾ ਦੀਆਂ ਭਰੀਆਂ ਅੰਮ੍ਰਿਤ ਕਿਰਨਾਂ, ਉਹ ਸਾਡੇ ਜਿਵੇਂ ਸੂਰਜ ਦੀ ਕਿਰਨ ਖਾਲਸਾ ਜੀ ਕਮਲ ਦੇ ਫੁੱਲ 'ਤੇ ਪੈਂਦੀ ਹੈ ਤੇ ਕਮਲ ਖਿੜ ਜਾਂਦਾ ਹੈ। ਇਸੇ ਤਰ੍ਹਾਂ ਸਿੱਖਾਂ ਦੇ ਤੇ ਜਿਹੜੇ ਕਥਾ ਸ਼ਰਵਣ ਅਭਿਲਾਖੀ ਜਨ ਹੈ, ਉਹਨਾਂ ਦੇ ਹਿਰਦੇ ਰੂਪੀ ਕੌਲ ਖਿੜ ਜਾਂਦੇ ਆ। ਅਧਿਆ ਰੂਪ ਅੰਸੂ ਰੂਪ ਇਹ ਕਿਰਨਾਂ ਜਿਹੜੀਆਂ ਆਪਾਂ ਰੋਜ਼ ਮਹਾਰਾਜ ਦੀ ਮਹਿਮਾ ਅੰਮ੍ਰਿਤ ਭਰੀ ਸੁਣਦੇ ਹਾਂ। ਤੋ ਗਰੀਬ ਨਵਾਜ ਨੇ ਬੜੀ ਮਿਹਰ ਕੀਤੀ। ਕੱਲ੍ਹ 6 ਰਾਸ ਜਿਹੜੀ ਉਹ ਪੂਰੀ ਹੋ ਗਈ ਹੈ। ਅੱਗੇ 7ਵੀਂ ਰਾਸ ਖਾਲਸਾ ਦੀ ਆਰੰਭ ਹੁੰਦੀ ਹੈ, ਜਿਸ ਵਿੱਚ ਪਹਿਲਾਂ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਮੰਗਲ ਕਰ ਰਹੇ ਹਨ। 10 ਪਾਤਸ਼ਾਹੀਆਂ ਦੇ ਮੰਗਲ ਆਉਣਗੇ। ਉਸ ਤੋਂ ਬਾਅਦ ਨਾਲ ਹੀ ਅੱਗੋਂ ਇੱਥੋਂ ਹੀ ਲੜੀ ਰੂਪ ਵਿੱਚ ਹੀ ਜਿਹੜੀ ਕਥਾ ਆਰੰਭ ਹੋ ਜਾਣੀ, ਟੁਰ ਪੈਣੀ ਹੈ। ਚਿੱਤ ਬਿਰਤੀ ਇਕਾਗਰ ਕਰੀਏ ਜੀ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਦਿਆਂ ਸਭ ਸੰਗਤ ਰਸਨਾ ਕਰੋ ਪਵਿੱਤਰ।
ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੋ ਸਤਵੀਂ ਰਾਸ ਜਦੋਂ ਆਰੰਭ ਹੁੰਦੀ ਹੈ ਤੋ ਕਵੀ ਰਾਜ ਖਾਲਸਾ ਜੀ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜਿਹੜਾ ਇਹ 523 ਵਾਰੀ ਇਹ ਮੰਗਲ ਆਇਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੋ ਇਸ ਤੋਂ ਇਲਾਵਾ ਖਾਲਸਾ ਜੀ ਫਿਰ ਇੱਕ ਮਹਾ ਮੰਤਰ ਜਿਹਨੂੰ ਕਹਿ ਦਿੰਦੇ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ 23 ਵਾਰੀ ਆਉਂਦਾ ਹੈ ਧੰਨ ਸਾਹਿਬਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ। ਇਸ ਤੋਂ ਇਲਾਵਾ ਮੰਗਲ ਜਿਹੜਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ ਭਗਤਾਂ ਦੀ ਬਾਣੀ ਵਿੱਚ ਜਿਵੇਂ ਇਹ ਮੰਗਲ ਆਉਂਦਾ। ਕੁਝ ਥਾਈਂ ਐਸਾ ਵੀ ਮੰਗਲ ਹੈ। ਤੋ ਗਰੀਬ ਨਵਾਜ ਦੇ ਘਰ ਦਾ ਆਸ਼ਾ ਇਹ ਮੁੱਖ ਰੱਖਿਆ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਵੀ ਮੰਗਲ ਜਿੰਨੇ ਕਵੀ ਆਪਦੇ ਤੌਰ 'ਤੇ ਕਰਦੇ, ਆਪਦੇ ਰਚਿਤ ਮੰਗਲਾਂ ਨੂੰ ਪਹਿਲ ਦਿੰਦੇ ਹੈ, ਪਰ ਕਵੀ ਰਾਜ ਦੀ ਇਹ ਨਿਮਰਤਾ ਹੈ ਜਿਨ੍ਹਾਂ ਨੇ ਇਹ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਉਚਾਰੇ ਮੰਗਲ ਨੂੰ ਪਹਿਲ ਦਿੱਤੀ ਹੈ। ਇਸ ਲਈ ਕਵੀ ਰਾਜ ਮੰਗਲ ਸਾਰੇ ਆਰੰਭ ਕਰਨ ਤੋਂ ਪਹਿਲਾਂ ਉਹੀ ਮੰਗਲ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮੋਹਰੀ ਤੌਰ 'ਤੇ ਖਾਲਸਾ ਜੀ ਜਿਹਨੂੰ ਬੀਜ ਮੰਤਰ ਕਹਿੰਦੇ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਅਦੁੱਤੀ, ਜਿਹਦੇ ਬਰਾਬਰ ਕੋਈ ਹੋਰ ਨਹੀਂ, ਜਿਹਦੇ ਵਰਗਾ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਉਹਦੇ ਵਰਗਾ ਖਾਲਸਾ ਜੀ ਹੋਰ ਕੋਈ ਨਹੀਂ। ਫਿਰ ਜਾਤੀ ਵਿਜਾਤੀ ਅਤੇ ਸਵੈਗਤ ਭੇਦ ਜਿਹੜੇ ਤਿੰਨ ਮੰਨੇ ਗਏ ਹੈ, ਇਹਨਾਂ ਤੋਂ ਪਰੇ ਦੀ ਗੱਲ ਹੈ। ਨਾ ਤਾਂ ਸਜਾਤੀ ਭੇਦ ਸਹਿਤ ਹੈ, ਇੱਕ ਉਹ ਅਕਾਲ ਪੁਰਖ ਜਿਹੜਾ ਹੈ, ਨਾ ਵਿਜਾਤੀ ਭੇਦ ਸਹਿਤ ਹੈ, ਨਾ ਸਵੈਗਤ ਭੇਦ ਸਹਿਤ ਹੈ। ਸਜਾਤੀ ਭੇਦ ਹੁੰਦਾ ਵੀ ਸਹਿਤ ਜਾਤ ਦੇ ਭੇਦ ਹੋਣਾ, ਮਨੁੱਖ ਹੈ ਉਹਦੇ ਨਾਲ ਦੇ ਕਿੰਨੇ ਮਨੁੱਖ ਮਿਲ ਜਾਣਗੇ, ਸਾਰਿਆਂ ਨੂੰ ਮਨੁੱਖ ਕਹਿ ਦਿੰਦੇ, ਪਰ ਕੋਈ ਚਾਈਨਾ ਦੇ ਲੋਕ ਭਾਰਤੀਆਂ ਨਾਲ ਨਹੀਂ ਰਲਦੇ, ਤੋ ਅਮਰੀਕਾ ਦੇ ਅਫਰੀਕਾ ਦੇ ਮਨੁੱਖ 'ਚ ਹੀ ਭੇਦ ਹੋਣਾ, ਜਾਂ ਕਿਸੇ ਜਾਤ ਦੇ ਜਾਤ ਨੂੰ ਕੋਈ ਪਸ਼ੂ ਕਹਿ ਲਿਓ, ਇੱਕ ਪਸ਼ੂ ਦੂਜੇ ਨਾਲ ਨਹੀਂ ਨਾ, ਇੱਕੋ ਪਸ਼ੂ ਜਾਤੀ ਦੇ ਕਈ ਤਰ੍ਹਾਂ ਦੇ ਹੋਰ ਪਸ਼ੂ ਹੋ ਸਕਦੇ ਹੈ। ਇਹਨੂੰ ਸਾਧ ਸੰਗਤ ਜੀ ਸਜਾਤੀ ਭੇਦ ਕਹਿੰਦੇ ਹੈ। ਇੱਕ ਵਿਜਾਤੀ ਭੇਦ ਹੁੰਦਾ ਹੈ, ਵਿਸ਼ੇਸ਼ ਕਰਕੇ ਜਾਤੀ ਵਿੱਚ ਭੇਦ ਹੋਣਾ। ਜਿਵੇਂ ਮਨੁੱਖ ਹੈ, ਮਨੁੱਖ ਤੋਂ ਬਿਨਾਂ ਹੋਰ ਕਿੰਨੀਆਂ ਜਾਤੀਆਂ ਨੇ, ਕੋਈ ਕੁੱਤਾ ਹੈ, ਬਿੱਲੀਆਂ ਹਨ, ਕੀੜੇ ਮਕੌੜੇ, 84 ਲੱਖ ਜੂਨੀ ਬਣੀ ਹੈ, ਇਹਨੂੰ ਵਿਜਾਤੀ ਭੇਦ ਕਹਿੰਦੇ ਹੈ। ਇੱਕ ਸਵੈਗਤ ਭੇਦ ਹੁੰਦਾ ਹੈ। ਸਵੈਗਤ ਭੇਦ ਹੁੰਦਾ ਜਿਵੇਂ ਇੱਕ ਰੁੱਖ ਹੈ, ਉਹਨੂੰ ਸਮੁੱਚੇ ਤੌਰ 'ਤੇ ਆਪਾਂ ਰੁੱਖ ਕਹਿ ਦਿੰਦੇ ਹਾਂ, ਪਰ ਉਹ ਵਿਸ਼ੇਸ਼ ਕਰਕੇ ਪੜਚੋਲ ਬਰੀਕੀ ਵਿੱਚ ਕਰੋ ਤੇ ਰੁੱਖ ਦੇ ਤਣਾ ਹੈ, ਟਾਹਣੀ ਹੈ, ਪੱਤੇ ਹੈ, ਫਲ ਹੋਰ ਤਰ੍ਹਾਂ ਦੇ ਹੈ। ਟਾਹਣੀ ਨਾਲ ਪੱਤਾ ਨਹੀਂ ਨਾ ਰਲਦਾ, ਤੇ ਤਣੇ ਨਾਲ ਜਿਹੜਾ ਹੈ ਉਹ ਟਾਹਣੀ ਨਹੀਂ ਰਲਦੀ, ਜੜ੍ਹ ਨਾਲ ਜਿਹੜਾ ਵੱਡੀ ਡਾਲੀ ਨਹੀਂ ਰਲਦੀ, ਗਿੜਕ ਨਾਲ ਜਿਹੜਾ ਹੈ ਉਹ ਟਾਹਣੀ ਪੱਤਾ ਨਹੀਂ ਰਲਦਾ, ਫਲ ਜਿਹੜਾ ਹੈ ਉਹ ਜੜ੍ਹ ਨਾਲ ਨਹੀਂ ਰਲਦਾ। ਜਿਵੇਂ ਸਮੁੱਚੇ ਤੌਰ 'ਤੇ ਸਰੀਰ ਨੂੰ ਮਨੁੱਖਾ ਅੱਜ ਸਰੀਰ ਕਹਿੰਦੇ ਹੈ, ਪਰ ਇਹਦੇ ਵਿੱਚ ਅੱਗੇ ਸਵੈਗਤ ਭੇਦ ਬਣੇ ਹੈ। ਉਂਗਲਾਂ ਪੰਜੇ ਦੀਆਂ 5 ਉਂਗਲਾਂ ਨੇ, ਉਹ ਆਪਸ ਵਿੱਚ ਨਹੀਂ ਰਲਦੀਆਂ। ਕੂਣੀ ਜਿਹੜੀ ਉਹ ਮੋਢੇ ਨਾਲ ਨਹੀਂ ਰਲਦੀ ਹੈ, ਗੁੱਟ ਜਿਹੜਾ ਉਹ ਕੂਣੀ ਨਾਲ ਨਹੀਂ ਰਲਦਾ ਹੈ, ਇਹਨੂੰ ਸਵੈਗਤ ਭੇਦ ਕਹਿੰਦੇ ਹੈ। ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਉਹ ਇੱਕ ਐਸਾ ਇੱਕ ਹੈ ਵੀ ਉਹਦੇ ਵਿੱਚ ਤਿੰਨੇ ਭੇਦ ਵੀ ਪਾਏ ਨਹੀਂ ਜਾਂਦੇ। ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਅੱਗੇ ਦੀ ਅੱਗੇ ਬੇਅੰਤ ਇਹਦਾ ਜੇ ਵਿਸਥਾਰ ਕਰੀਏ ਤੇ ਉਹ ਕਥਾ ਬਹੁਤ ਲੰਮੇਰੀ ਹੋ ਜਾਂਦੀ ਹੈ। ਇਹ ਜਾਣਨਾ ਵੀ ਉਹ ਇੱਕ ਪਰਮੇਸ਼ਰ ਅਦੁੱਤੀ ਹੈ, ਜਿਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ, ਉਹ ਆਪੇ ਆਪ ਨਿਰੰਜਨ ਸੋਏ। ਓੰਕਾਰ ਮੈਨੇ ਸਮੂਹ ਦਾ ਪ੍ਰਕਾਸ਼, ਓੰਕਾਰ ਉਹ ਧੁਨੀ ਹੈ ਤੇ ਜਿਹਦੇ ਤੋਂ ਸਾਰਾ ਸੰਸਾਰ ਜੋ ਤੁਹਾਨੂੰ ਦਿਸਦਾ ਮੈਨੂੰ ਦਿਸਦਾ ਹੈ, ਸਭ ਕੁਝ ਇਸੇ ਤੋਂ ਹੀ ਪੈਦਾ ਹੋਇਆ ਹੈ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿੱਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਉਹ ਪਰਮੇਸ਼ਰ ਓੰਕਾਰ ਦੀ ਧੁਨੀ ਕਰਕੇ ਸਾਰਾ ਸੰਸਾਰ ਉਹਨੇ ਪੈਦਾ ਕਰ ਦਿੱਤਾ ਹੈ। ਸਤ ਖਾਲਸਾ ਜੀ ਜਿਹੜਾ ਸੱਚ ਹੈ, ਸੱਚ ਕੀ ਜਿਹੜਾ ਤ੍ਰੈ ਕਾਲ ਨਾਸ਼ ਨਾ ਹੋਵੇ,
ਉਹ ਪਰਮੇਸ਼ਰ ਪਹਿਲਾਂ ਵੀ ਸੀਗਾ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਤੋ ਇਸ ਕਰਕੇ ਉਹ ਤ੍ਰੈ ਕਾਲ ਆਬਾਦ ਸਰੂਪ ਹੈ। ਸਤ ਕਹੀਏ ਤ੍ਰੈ ਕਾਲ ਆਬਾਦ ਹੈ, ਨਾਸ਼ ਤੋਂ ਰਹਿਤ ਹੈ, ਉਹਦਾ ਨਾਸ਼ ਨਹੀਂ ਹੁੰਦਾ ਕਦੇ। ਗੁਰ ਨਾਮ ਖਾਲਸਾ ਜੀ ਚੇਤਨ ਦਾ ਹੈ। ਚੇਤਨ ਕਹੀਏ ਜਿਹੜੀ ਰੁੱਖਾਂ ਵਿੱਚ ਹਰਿਆਲੀ ਦਿਸਦੀ ਹੈ, ਅੱਗ ਵਿੱਚ ਤਪਤ ਦਿਸਦੀ ਹੈ, ਪਾਣੀ ਦੇ ਵਿੱਚ ਜਿਹੜਾ ਖਾਲਸਾ ਜੀ ਉਹ ਨਿਰਮਲਤਾਈ ਹੈ, ਫੁੱਲ ਦੀ ਸੁਗੰਧੀ ਹੈ। ਇਸੇ ਤਰ੍ਹਾਂ ਖਾਲਸਾ ਜੀ ਮਨੁੱਖਾ ਜਾਮੇ ਵਿੱਚ ਜਿਹੜੀ ਜੋਤ ਹੈ, ਸਭ ਜੋ ਵੀ ਵੇਖੋ ਜਿਹੜੀ ਚੇਤਨਤਾ ਹੀ ਦਿਸਦੀ ਹੈ, ਉਹ ਗੁਰ ਕਹੀਏ ਚੇਤਨ, ਉਹ ਪਰਮੇਸ਼ਰ ਚੇਤਨ ਸਾਰਿਆਂ ਵਿੱਚ ਹੋ ਰਿਹਾ ਹੈ। ਪ੍ਰਸਾਦ ਕਹੀਏ ਆਨੰਦ ਸਰੂਪ ਹੈ। ਉਹਦੀ ਪ੍ਰਾਪਤੀ ਜਦੋਂ ਹੋ ਜਾਂਦੀ ਫਿਰ ਆਨੰਦ ਹੀ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ। ਤੋ ਗਰੀਬ ਨਵਾਜ ਮਹਾਰਾਜ ਇੱਥੇ ਮੰਗਲ ਪਾਤਸ਼ਾਹ ਦੀ ਮਹਿਮਾ ਦਾ ਕਰਦੇ, ਅਕਾਲ ਪੁਰਖ ਦਾ ਮੰਗਲ ਹੈ। ਤੋ ਇਹਦਾ ਦੂਜਾ ਅਰਥ ਜਾਣਨਾ, ਜਿਹੜਾ ਇੱਕ ਓੰਕਾਰ ਕਹੀਏ ਪਰਮੇਸ਼ਰ ਇੱਕ ਹੈ, ਉਹ ਸੱਤ ਸੱਚੇ ਗੁਰ ਗੁਰੂ ਕਿਹੜੇ ਗੁਰੂ? ਧੰਨ ਗੁਰੂ ਨਾਨਕ ਸਾਹਿਬ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਿਰ ਉਹ ਇੱਕ ਜਿਹੜਾ ਅਕਾਲ ਪੁਰਖ ਅਦੁੱਤੀ ਹੈ, ਓੰਕਾਰ ਸਮੂਹ ਦਾ ਪ੍ਰਕਾਸ਼ਕ ਹੈ। ਉਹ ਸ਼੍ਰੀ ਕਹੀਏ ਮਾਇਆ ਦਾ ਪਤੀ ਹੈ, ਜਾਂ ਸ਼੍ਰੀ ਸ਼੍ਰੋਮਣੀ ਹੈ, ਸਾਰਿਆਂ ਤੋਂ ਮੋਹਰੀ ਹੈ। ਵਾਹਿਗੁਰੂ ਜੀ ਕੀ ਫਤਿਹ। ਉਹ ਜਿਹੜਾ ਸੁਭਾਏਮਾਨ ਅਕਾਲ ਪੁਰਖ ਪਰਮੇਸ਼ਰ, ਵਾਹਿਗੁਰੂ ਦਾ ਖਾਲਸਾ ਜੀ ਅੱਖਰੀ ਅਰਥ ਹੈ ਵਾਹਿਗੁਰੂ। ਇਹ ਚਾਰਾਂ ਯੁੱਗਾਂ ਵਿੱਚ ਜਿਹੜਾ ਮੰਤਰ ਹੈ ਨਾ, ਵਾਹ ਵਾਸਦੇਵ ਹਾਹਾ ਹਰੀ ਗੱਗਾ ਗੋਬਿੰਦ ਰਾਰਾ ਖਾਲਸਾ ਜੀ ਰਾਮ, ਇਹਨੂੰ ਇਕੱਤਰ ਕਰਕੇ ਵਾਹਿਗੁਰੂ ਮੰਤਰ ਤੇ ਤਥਾ ਇਹਦਾ ਦੋ ਜੋੜ ਅਰਥ ਬਣਦਾ ਵਾਹਿਗੁਰੂ। ਗੋ ਨਾਮ ਹਨੇਰੇ ਦਾ ਹੈ, ਰੂ ਨਾਮ ਪ੍ਰਕਾਸ਼ ਦਾ ਹੈ। ਅਗਿਆਨ ਦੇ ਹਨੇਰੇ ਵਿੱਚ ਰੂ ਕਹੀਏ ਜਿਹਨੇ ਪ੍ਰਕਾਸ਼ ਗਿਆਨ ਦਾ ਕੀਤਾ ਹੋਇਆ ਹੈ। ਵਾਹੇ ਨਾਮ ਖਾਲਸਾ ਜੀ ਅਸਚਰਜ ਦਾ, ਵਾਹੇ ਨਾਮ ਅਚਰਜ ਕੋ ਹੋਈ। ਤੋ ਤੁਸੀਂ ਕਿਸੇ ਵਸਤੂ ਨੂੰ ਕਹਿ ਦਿਓ ਵਾਹ, ਉਹਦਾ ਗੁਣ ਵੇਖ ਕੇ ਹੁਣ ਵਾਹ ਤੋਂ ਅੱਗੇ ਉਹਦੀ ਸੋਭਾ ਕਰਨੀ ਨਹੀਂ ਪੈਂਦੀ। ਵਾਹੇ ਜਿੱਥੇ ਆ ਗਿਆ, ਵਾਹ ਇਹੋ ਜਿਹਾ ਸ਼ਬਦ ਹੈ, ਉਦੋਂ ਅੱਗੇ ਸੋਭਾ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਜਦੋਂ ਕਿਸੇ ਨੂੰ ਕਹਿ ਦੇਣਾ ਵੀ ਇਹ ਕੈਸੀ ਬਾਕਮਾਲ ਵਸਤੂ ਹੈ, ਵਾਹ, ਜਦੋਂ ਵਾਹ ਆ ਗਿਆ ਉਦੋਂ ਅੱਗੇ ਉਹਦੀ ਸੋਭਾ ਖਤਮ ਹੋ ਜਾਂਦੀ ਹੈ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਸ਼੍ਰੀ ਦਸਮ ਗ੍ਰੰਥ ਅੰਦਰ ਖਾਲਸਾ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਮੰਗਲ ਕੀਤਾ ਹੈ। ਕਿਤੇ ਇੱਥੇ ਸਾਧ ਸੰਗਤ ਜੀ ਤੱਤੇ ਦੇ ਲਾਂ ਨਾਲ ਆਇਆ ਹੈ, ਕਿਤੇ ਫਤਿਹ ਤੱਤੇ ਨੂੰ ਸਿਆਰੀ ਹਾਹਾ ਮੁਕਤ ਆਉਂਦਾ ਹੈ, ਕਿਤੇ ਫਤਿਹ ਵੀ ਆਉਂਦਾ ਹੈ, ਫੱਫਾ ਤੱਤਾ ਹਾਹਾ ਵੀ ਮੁਕਤਾ, ਤਿੰਨੇ ਅੱਖਰ ਮੁਕਤੇ। ਇਹ ਤਿੰਨਾਂ ਭੇਦਾਂ ਸਹਿਤ ਇਹ ਵੀ ਮੰਗਲ ਆਉਂਦਾ ਦਸਮ ਗ੍ਰੰਥ ਸਾਹਿਬ ਦੇ ਅੰਦਰ। ਸ਼੍ਰੀ ਸੁਭਾਏਮਾਨ ਸ਼੍ਰੋਮਣੀ ਜਿਹੜਾ ਗੋ ਹਨੇਰੇ ਅਗਿਆਨ ਦੇ ਵਿੱਚ ਰੋ ਪ੍ਰਕਾਸ਼ ਸਰੂਪ ਹੈ ਨਾ ਅਕਾਲ ਪੁਰਖ, ਉਹ ਵਾਹੇ ਅਸਚਰਜ ਹੈ। ਤੇ ਇਹੋ ਜਿਹੇ ਅਸਚਰਜ ਅਕਾਲ ਪੁਰਖ ਪਰਮੇਸ਼ਰ ਦੀ ਹੀ ਫਤਿਹ ਹੈ ਭਾਈ। ਸਾਰੇ ਸੰਸਾਰ ਤੇ ਸਭ ਪਾਸੇ ਜਿੱਤ ਉਸੇ ਦੀ ਬਣੀ ਹੋਈ ਹੈ। ਅਥ ਸਪਤੰ ਰਾਸ ਕਥਨੰ। ਹੁਣ ਕਵੀ ਜੀ ਸਤਵੀਂ ਰਾਸ ਖਾਲਸਾ ਜੀ ਅਥ ਨਾਮ ਹੋਣ ਦਾ। ਹੁਣ ਸਪਤਮ ਕਹੀਏ ਸਤਵੀਂ ਰਾਸ, ਸਪਤਮ ਸੰਸਕ੍ਰਿਤ ਦਾ ਸ਼ਬਦ ਹੈ। ਰਾਸ ਜਿਹੜੀ ਇਹ 12 ਰਾਸਾਂ ਵਿੱਚ ਕਥਾ ਜੀ ਤੋਂ ਜੋ ਸਤਵੀਂ ਰਾਸ ਕਥਨੰ ਕਹੀ ਅਸੀਂ ਬਿਆਨ ਕਰਦੇ। ਕਵੀ ਜੀ ਕਹਿੰਦੇ ਸਤਵੀਂ ਰਾਸ ਅਸੀਂ ਲਿਖਣੀ ਆਰੰਭ ਕਰਦੇ ਹਾਂ। ਦੋਹਰਾ ਮਾਇਆ ਸੋ ਸਬਲ ਜੋ ਭਇਓ। ਕਵੀ ਜੀ ਅੱਗੇ ਦੋਹਰਾ ਕਰਦੇ ਆ ਇਸ਼ਟ ਅਕਾਲ ਪੁਰਖ ਪਰਮੇਸ਼ਰ, ਇਸ਼ਟ ਅਕਾਲ ਇਸ਼ਟ ਜਿਹੜਾ ਪਰਮੇਸ਼ਰ ਹੈ ਨਾ ਉਹਦੀ ਮਹਿਮਾ ਕਰਦੇ ਆ। ਜਿਹੜਾ ਜੋ ਸਬਲ ਮਾਇਆ ਸੋ ਭਇਓ, ਕਹਿੰਦੇ ਸੋ ਉਹ ਪਰਮੇਸ਼ਰ ਜੋ ਜਿਹੜਾ ਮਾਇਆ ਦੇ ਸਾਧ ਸੰਗ ਜੀ ਸਬਲ ਨਾਮ ਹੁੰਦਾ ਸਹਿਤ ਵਲ ਕਹੀਏ ਬਲ ਦੇ, ਮਾਇਆ ਦੇ ਬਲ ਕਰਕੇ ਜਿਹੜਾ ਉਹ ਅਕਾਲ ਪੁਰਖ ਪਰਮੇਸ਼ਰ ਮਾਇਆ ਦੇ ਬਲ ਕਰਕੇ ਜਿਵੇਂ ਉਹ ਇਹਨੂੰ ਫਿਰ ਈਸ਼ ਬਣ ਜਾਂਦਾ ਹੈ। ਜਿਹੜਾ ਬ੍ਰਹਮ ਹੈ ਨਾ ਖਾਲਸਾ ਜੀ ਉਹ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹ ਅਚਲ ਮੂਰਤਨ ਭਉ ਪ੍ਰਕਾਸ਼ ਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਤੋ ਉਹ ਜਿਹੜਾ ਬ੍ਰਹਮ ਹੈ ਉਹਦਾ ਕੋਈ ਚੱਕਰ ਚਿਹਨ ਨਹੀਂ ਹੈ, ਨਿਸ਼ਾਨ ਨਹੀਂ ਕੋਈ, ਉਹਦਾ ਰੂਪ ਰੇਖ ਨਹੀਂ ਹੈ, ਉਹ ਅਕਾਲ ਮੂਰਤ ਹੈ। ਪਰ ਜਦੋਂ ਉਸ ਮਾਇਆ ਸਬਲ ਹੋਇਆ ਫਿਰ ਤਦੇ ਸੰਸਾਰ ਦੀ ਉਤਪਤੀ ਉਸ ਅਕਾਲ ਪੁਰਖ ਨੇ ਕੀਤੀ। ਮਾਇਆ ਸਬਲ ਹੋ ਕਰਕੇ ਜਿਹਦੀ ਬਾਬਤ ਧੰਨ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਅੰਦਰ ਕਿਰਪਾ ਕਰਦੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ।
ਉਹ ਅਕਾਲ ਪੁਰਖ ਏਕਾ ਮਾਈ, ਮਾਇਆ ਜਿਹੜੀ ਇੱਕ ਹੈ ਉਹ ਵਿਆਹੀ ਕਹੀਏ ਜੁਗਤ ਦੇ ਨਾਲ ਵਿਆਹੀ। ਉਹਦੇ ਅੱਗੋਂ ਖਾਲਸਾ ਜੀ ਤਿੰਨ ਬਾਲਕ ਕਹੋ ਚੇਲੇ ਕਹੋ ਉਹ ਹੋਏ ਹੈ, ਉਹ ਰਜੋ ਤਮੋ ਸਤੋ ਗੁਣ ਹੋਏ ਤਿੰਨੇ। ਤੋ ਤਿੰਨਾਂ ਗੁਣਾਂ ਦੇ ਤੋਂ ਹੀ ਫਿਰ ਅੱਗੇ ਜਿਹੜਾ ਸੰਸਾਰ ਪੈਦਾ ਹੋਇਆ। ਪਰਮੇਸ਼ਰ ਤੇ ਜਿਹੜੀ ਮਾਇਆ ਹੈ ਇਹਦੇ ਖਾਲਸਾ ਜੀ ਪਰਮੇਸ਼ਰ ਤੇ ਮਾਇਆ ਦੇ ਸੰਬੰਧ ਕਰਕੇ ਫਿਰ ਅੱਗੋਂ ਤਿੰਨ ਗੁਣ ਪੈਦਾ ਹੁੰਦੇ ਹੈ, ਇੱਕ ਰਜੋ ਹੈ, ਇੱਕ ਤਮੋ ਹੈ, ਇੱਕ ਸਤੋ ਹੈ। ਰਜੋ ਤਮੋ ਸਤੋ ਦੇ ਵਿੱਚੋਂ ਅੱਗੇ ਫਿਰ ਸੰਸਾਰ ਪੈਦਾ ਹੋਇਆ ਹੈ। ਪਰਮੇਸ਼ਰ ਨੇ ਇਉਂ ਸੰਸਾਰ ਨੂੰ ਪੈਦਾ ਕੀਤਾ ਮੰਨੀਦਾ ਹੈ। ਇਹਦੇ ਵਾਸਤੇ ਸਾਧ ਸੰਗਤ ਜੀ ਜੇ ਕੋਈ ਅਧਿਆਤਮਿਕ ਗ੍ਰੰਥ ਜਿਹੜੇ ਆ ਵਿਦਾਂਤ ਦੇ ਉਹ ਪੜ੍ਹੇ ਹੋਣ ਤੇ ਜਰਾ ਸੌਖੀ ਸਮਝ ਪੈਂਦੀ ਹੈ। ਤੋ ਰਹੋ ਵਿਚਾਰ ਮਾਇਆ ਸੋ ਸਵਲ ਜੋ ਭਇਓ, ਜਿਹੜਾ ਪਰਮੇਸ਼ਰ ਹੈ ਸੋ ਉਹ ਮਾਇਆ ਦੇ ਸਹਿਤ ਬਲ ਕਰਕੇ ਜਦੋਂ ਹੋਇਆ ਹੈ। ਜਿਤ ਕਿਤ ਵਿਆਪ ਸਮਾਨ, ਤੇ ਫਿਰ ਉਹ ਪਰਮੇਸ਼ਰ ਜਿਤ ਜਿੱਥੇ ਕਿਤ ਕਿੱਥੇ ਸਮਾਨ ਇੱਕੋ ਵਰਗਾ ਵਿਆਪ ਕਹੀਏ ਪੂਰ ਰਿਹਾ ਹੈ। ਤੋ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਟ ਹੈ। ਕੀ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਜਿੰਨਾ ਖਾਲਸਾ ਜੀ ਪਰਮੇਸ਼ਰ ਇੱਕ ਮਨੁੱਖ 'ਚ ਹੈ, ਹਾਥੀ 'ਚ ਹੈ, ਉਹਨਾਂ ਹੀ ਕੀੜੀ 'ਚ ਹੈ, ਵੀ ਕਿਸੇ ਪਾਸੇ ਵੀ ਉਹ ਵੱਧ ਘੱਟ ਨਹੀਂ ਹੈ। ਉਹ ਅਕਾਲ ਪੁਰਖ ਜਿੱਥੇ ਕਿੱਥੇ ਵੇਖੋ ਸਮਾਨ ਕਹੀਏ ਬਰਾਬਰ ਹੀ ਵਿਆਪ ਕਹੀਏ ਪੂਰ ਰਿਹਾ ਹੈ। ਸਾਰ ਅਸਾਰ ਸੰਸਾਰ ਕਰ, ਤੇ ਉਸੇ ਅਕਾਲ ਪੁਰਖ ਨੇ ਫਿਰ ਜਦੋਂ ਪਰਮੇਸ਼ਰ ਮਾਇਆ ਸਬਲ ਹੋਇਆ ਫਿਰ ਤਿੰਨ ਗੁਣਾ ਪੈਦਾ ਹੋਏ। ਉਹ ਤਿੰਨਾਂ ਗੁਣਾ ਚੋਗੇ ਸਾਰ ਅਸਾਰ ਸੰਸਾਰ ਕਰ, ਜਿਹੜਾ ਸੰਸਾਰ ਹੈ ਉਹ ਕਰ ਕਹੀਏ ਪੈਦਾ ਕਰਨਾ ਕੀਤਾ। ਤੇ ਸਾਰ ਅਸਾਰ, ਸਾਰ ਹੁੰਦਾ ਸੱਚ, ਅਸਾਰ ਹੁੰਦਾ ਝੂਠ। ਸੱਚ ਕੀ ਖਾਲਸਾ ਜੀ ਜਿਹੜੀ ਆਤਮਾ ਹੈ, ਤੇ ਅਸਾਰ ਝੂਠ ਕੀ ਹੈ ਸੰਸਾਰ। ਆਤਮਾ ਤੇ ਜਗਤ ਨੂੰ ਉਹ ਅਕਾਲ ਪੁਰਖ ਪਰਮੇਸ਼ਰ ਨੇ ਪੈਦਾ ਕੀਤਾ ਹੈ। ਸੱਚ ਦਾ ਆਨੰਦ ਮਹਾਨ, ਉਹ ਪਰਮੇਸ਼ਰ ਸੱਚ ਦਾ ਆਨੰਦ, ਸਤ ਚਿਦਾ ਆਨੰਦ ਹੈ। ਸਤ ਨਾਸ਼ ਤੋਂ ਰਹਿਤ, ਚਿਦਾ ਚੇਤਨ ਹੈ, ਤੇ ਆਨੰਦ ਪ੍ਰਸਾਦ ਸਰੂਪ। ਜਾਂ ਪ੍ਰਸਾਦ ਦਾ ਅਰਥ ਆਨੰਦ ਹੈ ਤੇ ਆਨੰਦ ਦਾ ਅਰਥ ਪ੍ਰਸਾਦ ਹੈ। ਬੜਾ ਭਾਰੀ ਐਸਾ ਆਨੰਦ ਦੇ ਦੇਣ ਵਾਲਾ ਪਰਮੇਸ਼ਰ ਹੈ। ਦੋਹਰਾ ਸਦਾ ਸਾਰਦਾ ਸਾਰਦਾ। ਅੱਗੇ ਕਵੀ ਰਾਜ ਸੰਤੋਖ ਸਿੰਘ ਜੀ ਕਵ ਸੰਕੇਤ ਮਰਿਆਦਾ ਮੰਗਲ ਕਰਦੇ ਹੈ। ਸਦਾ ਸਾਰਦਾ ਸਾਰਦਾ, ਜਿਹੜੀ ਇਹ ਸਾਧ ਸੰਗਤ ਜੀ ਕਵੀ ਲੋਕ ਹੈ ਇੱਕ ਤਾਕਤ ਮੰਨਦੇ ਹੈ। ਜਿਹੜੀ ਤਾਕਤ ਇਹਨਾਂ ਨੂੰ ਕਥਾ ਲਿਖਣ ਦੀ, ਕਾਵ ਰਚਨਾ ਲਿਖਣ ਦੀ ਉਹ ਬੁੱਧ ਬਲ ਬਖਸ਼ਿਸ਼ ਕਰਦੀ ਹੈ, ਸਮੱਤ ਬਖਸ਼ਿਸ਼ ਕਰਦੀ ਹੈ। ਇਹਨੂੰ ਕਾਵ ਸੰਕੇਤ ਕਈ ਜਿਹੜੇ ਹਿੰਦੂ ਹੈ ਉਹ ਇਹਨੂੰ ਸਾਧ ਸੰਗਤ ਦੀ ਸਰਸਵਤੀ ਮੰਨਦੇ, ਦੇਵੀ ਮੰਨਦੇ, ਇੱਕ ਕਵਿਤਾ ਦੀ ਦੇਵੀ। ਯੂਰਪ ਦੇ ਕਵੀ ਵੀ ਇੱਕ ਤਾਕਤ ਮੰਨਦੇ ਹੈ। ਮੁਸਲਮਾਨ ਫਕੀਰ ਲੋਕ ਜਿਹੜੇ ਜਾਂ ਜਿਹੜੇ ਉਧਰ ਦੇ ਵਿਦਵਾਨ ਹੈ ਉਹ ਵੀ ਇੱਕ ਤਾਕਤ ਮੰਨਦੇ ਆ ਜਿਹੜੀ ਕਥਾ ਲਿਖਾਉਂਦੀ। ਸਧਾਰਨ ਬੰਦੇ ਤੋਂ ਕਥਾ ਨਹੀਂ ਲਿਖੀ ਜਾਂਦੀ, ਖਾਸ ਕਰਕੇ ਕਾਵ ਰਚਨਾ ਦੇ ਅੰਦਰ। ਤੋਂ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਵੀ ਮੰਨਦੇ ਆ ਵੀ ਇੱਕ ਤਾਕਤ ਹੈ। ਪਰ ਕਵੀ ਰਾਜ ਗੁਰਮਤਿ ਅਨੁਸਾਰ ਗੁਰਬਾਣੀ ਨੂੰ ਸਾਰਦਾ ਦੇਵੀ ਮੰਨਦੇ ਆ ਵੀ ਸਰਸਵਤੀ ਸਾਡੇ ਸਿੱਖਾਂ ਵਾਸਤੇ ਉਹ ਕੀ ਹੈ, ਉਹ ਸਾਧ ਸੰਗਤ ਦੀ ਗੁਰਬਾਣੀ ਹੈ। ਸਦਾ ਹਮੇਸ਼ਾ ਹੀ ਇਹ ਜਿਹੜੀ ਗੁਰਬਾਣੀ ਸਤਿਗੁਰਾਂ ਦੀ ਹੈ ਉਹ ਸਾਰ ਦਾ ਸਾਰ ਕੀ ਸ਼੍ਰੇਸ਼ਟਤਾਈ, ਸ਼੍ਰੇਸ਼ਟ ਮਤ ਦੇ ਦਾ ਕੀ ਦੇਣ ਵਾਲੀ ਉਹ ਸਰਸਵਤੀ ਹੈ। ਸਾਰਦ ਚੰਦ ਮਨਿੰਦ, ਤੇ ਉਹ ਚੰਦ ਦੇ ਮਨਿੰਦ ਤੁਲ ਹੈ। ਸਾਰਦ ਨਾਮ ਖਾਲਸਾ ਜੀ ਸਫੈਦ ਦਾ ਹੈ। ਜਿਵੇਂ ਚੰਦਰਮਾ ਹੁੰਦਾ ਹੈ ਨਾ, ਉਹਦੀ ਰੌਸ਼ਨੀ ਜਿਹੜੀ ਚਿੱਟੀ ਮੰਨੀ ਹੈ, ਪਵਿੱਤਰ ਉਜਲ ਮੰਨੀ ਹੈ। ਕਹਿੰਦੇ ਜਿਹੜੀ ਗੁਰਬਾਣੀ ਹੈ, ਗੁਰਬਾਣੀ ਦੀ ਜਿਹੜੀ ਵਡਿਆਈ ਹੈ ਉਹ ਚੰਦਰਮਾ ਦੀ ਚਾਨਣੀ ਵਰਗੀ ਹੈ। ਫਿਰ ਜਿਵੇਂ ਚੰਦਰਮਾ ਦੀ ਚਾਨਣੀ ਕਰਕੇ ਖਾਲਸਾ ਜੀ ਜਿਹੜਾ ਸੂਰਜ ਹੈ ਨਾ, ਉਹਦੇ ਕਰਕੇ ਜਿੰਨੀ ਬਨਸਪਤੀ ਉਹ ਪੱਕਦੀ ਹੈ, ਤੇ ਚੰਦਰਮਾ ਦੀ ਰੌਸ਼ਨੀ ਕਰਕੇ ਫਲ ਪੈਂਦਾ ਹੁੰਦਾ ਹੈ ਫਸਲਾਂ ਦੇ ਅੰਦਰ। ਉਹਨੂੰ ਅੰਮ੍ਰਿਤ, ਚੰਦਰਮਾ ਦੀ ਰੌਸ਼ਨੀ 'ਚੋਂ ਅੰਮ੍ਰਿਤ ਵਰਦਾ ਹੈ। ਤੋ ਇਹ ਕਵੀ ਰਾਜ ਕਹਿੰਦੇ ਜਿਵੇਂ ਚੰਦਰਮਾ ਦੀ ਚਾਨਣੀ ਫਲਾਂ ਦੇ ਵਿੱਚ ਮਠਾਸ ਭਰਦੀ ਹੈ। ਜੇ ਚੰਦ ਨਾ ਚੜ੍ਹੇ ਖਾਲਸਾ ਜੀ ਤੇ ਮਠਾਸ ਨਹੀਂ ਹੁੰਦੀ ਫਲਾਂ ਦੇ ਵਿੱਚ। ਜਿਨ੍ਹਾਂ ਸਮਿਆਂ 'ਚ ਚੰਦਰਮਾ ਨਾ ਚੜ੍ਹੇ, ਬਹੁਤਾ ਬੱਦਲ ਰਵੇ, ਉਹ ਫਲਾਂ ਵਿੱਚ ਉਹਨਾਂ ਦਿਨਾਂ 'ਚ ਕਦੇ ਮਠਾਸ ਨਹੀਂ ਬਣੇਗੀ। ਜੇ ਸੀਜ਼ਨ ਵਿੱਚ ਚੰਦਰਮਾ ਨਹੀਂ ਬਹੁਤਾ ਚੜ੍ਹਦਾ, ਬੱਦਲਵਾਈ ਰਹਿੰਦੀ ਹੈ, ਉਹ ਫਿਰ ਮਠਾਸ ਫਲ ਫੋਕੇ ਰਹਿ ਜਾਂਦੇ ਆ। ਚੰਦਰਮਾ ਦੀ ਚਾਨਣੀ ਦੇ ਵਿੱਚੋਂ ਰਸ ਆਉਂਦਾ ਹੈ ਨਾ ਜਿਹੜਾ, ਉਸੇ ਨਾਲ ਹੀ ਫਲਾਂ ਦੇ ਵਿੱਚ ਮਿਠਾਸ ਪੈਦਾ ਹੁੰਦੀ ਹੈ। ਕਵੀ ਰਾਜ ਕਹਿੰਦੇ ਜਿਵੇਂ ਚੰਦਰਮਾ ਦੀ ਚਾਂਦਨੀ ਉਹ ਫਲਾਂ ਦੇ ਵਿੱਚ ਮਿਠਾਸ ਭਰਦੀ ਹੈ। ਉਹ ਜਿਹੜੀ ਗੁਰਬਾਣੀ ਹੈ ਨਾ, ਗੁਰਬਾਣੀ ਉਹ ਸ਼੍ਰੇਸ਼ਟਤਾਈ ਦੇ ਦੇਣ ਵਾਲੀ ਗੁਰਬਾਣੀ ਦੇ ਵਿੱਚ ਦਾ ਜਿਹੜਾ ਪ੍ਰਤਾਪ ਹੈ ਉਹ ਚਾਂਦਨੀ ਦੀ ਨਿਆਈ ਆ। ਤੇ ਸਿੱਖਾਂ ਦੇ ਮਨ ਫਲਾਂ ਵਰਗੇ ਹੈ। ਇਹਨਾਂ ਵਿੱਚ ਅੰਮ੍ਰਿਤ ਰੂਪੀ ਬ੍ਰਹਮਾ ਆਨੰਦ, ਬ੍ਰਹਮ ਗਿਆਨ ਰੂਪੀ ਰਸ ਭਰ ਦੇਣ ਵਾਲੀ ਹੈ। ਪਾਰਦ ਬਰਨੀ ਪਾਰਦਾ, ਫਿਰ ਸਾਧ ਸੰਗਤ ਜੀ ਪਾਰਦ ਨਾਮ ਪਾਰੇ ਦਾ ਹੈ। ਪਾਰੇ ਦਾ ਰੰਗ ਵੀ ਚਿੱਟਾ ਮੰਨਿਆ ਹੋਇਆ। ਬਰਨੀ ਨਾਮ ਰੰਗ ਦਾ ਹੈ।
ਕਹਿੰਦੇ ਜਿਹੜੀ ਇਹ ਗੁਰਬਾਣੀ ਹੈ ਇਹ ਪਾਰਦ ਵਰਨੀ ਹੈ, ਭਾਵ ਉਜਲ ਰੰਗ ਦੀ। ਜਿਵੇਂ ਪਾਰਾ ਚਿੱਟਾ ਹੁੰਦਾ ਹੈ ਇਸ ਤਰ੍ਹਾਂ ਸਫੈਦ ਉਜਲ ਰੰਗ ਦੇ, ਤੇ ਪਾਰ ਦਾ ਪਾਰ ਕਰਨ ਦੇ ਦਾ ਵਾਲੀ ਹੈ, ਜਾਂ ਪਾਰ ਕਰ ਦਾ ਦੇਣ ਵਾਲੀ ਹੈ। ਪਾਰ ਕੀ ਖਾਲਸਾ ਜੀ? ਉਹ ਮੁਕਤੀ ਲੱਭਦਾ ਸਾਰਾ ਸੰਸਾਰ, ਸੰਸਾਰ ਸਮੁੰਦਰ ਹੈ, ਇਹਦੇ ਪਾਰਲਾ ਕਿਨਾਰਾ ਮੁਕਤੀ ਦਾ ਕਿਨਾਰਾ ਮੰਨਿਆ। ਇਸੇ ਤਰ੍ਹਾਂ ਕਹਿੰਦੇ ਕਿ ਸਮੁੰਦਰ ਸੰਸਾਰ ਜਿਹੜਾ ਹੈ ਇਹਦੇ ਤੋਂ ਪਾਰ ਵਾਲਾ ਜਿਹੜਾ ਕਿਨਾਰਾ ਮੁਕਤੀ ਰੂਪ ਕਿਨਾਰੇ ਨੂੰ ਜਿਹੜਾ ਇਹ ਦੇਣ ਵਾਲੀ ਹੈ। ਵਿਘਨ ਵਿਨਾਸ਼ਨ ਬ੍ਰਿੰਦ, ਤੇ ਬ੍ਰਿੰਦ ਕਹੀਏ ਸਾਰੇ ਵਿਘਨ ਜਿੰਨੇ ਪੈਣ ਵਾਲੇ, ਕਥਾ ਲਿਖਦੇ ਆ ਉਹ ਸਾਰੇ ਵਿਘਨਾਂ ਨੂੰ ਨਾਸ਼ ਕਰਨ ਵਾਲੀ ਇਹ ਪਾਵਨ ਪਵਿੱਤਰ ਗੁਰਬਾਣੀ ਰੂਪੀ ਦੇਵੀ ਹੈ। ਚਿਤ੍ਰਪਦਾ ਛੰਦ, ਪਾਰ ਬੜੇ ਜਗ ਸਗ ਤੇ। ਅੱਗੇ ਧੰਨ ਗੁਰੂ ਨਾਨਕ ਸਾਹਿਬ ਦੀ ਮਹਿਮਾ ਦਾ ਮੰਗਲ ਕਵੀ ਦੀ ਕਰਦੇ ਹੈ। ਕਹਿੰਦੇ ਜਿਨ੍ਹਾਂ ਨੇ ਤੇ ਕਹੀਏ ਉਹ ਲੋਕ ਨਾ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹੈ, ਸੰਸਾਰ ਸਮੁੰਦਰ ਉਹਨਾਂ ਨੇ ਪਾਰ ਕਰ ਲੈਣਾ ਕੀਤਾ ਹੈ। ਔਰ ਤੇ ਪਰਦਾ ਬ੍ਰਹਮ ਕੋ ਸਭ ਪਾਰ, ਉਹਨਾਂ ਦੇ ਔਰ ਹਿਰਦੇ ਦੇ ਉੱਪਰੋਂ ਭਰਮ ਦੇ ਜਿਹੜੇ ਪਰਦੇ ਬਣੇ ਹੋਏ ਨਾ ਉਹ ਸਾਰੇ ਪਾੜ ਦਿੱਤੇ ਆ। ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੇ ਪਰਦੇ ਭਰਮ ਦੇ ਪਾੜ ਗਏ ਮਨ ਦੇ ਉੱਪਰੋਂ, ਤੇ ਨਾਲ ਹੀ ਖਾਲਸਾ ਜੀ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹਨ। ਕੌਣ ਪਾਰ ਹੋਏ ਆ ਉਹ ਅੱਗੇ ਦੱਸਣਗੇ। ਪਾਰਦ ਕੇ ਸਮਝੋ ਮਨ ਚੰਚਲ, ਕਹਿੰਦੇ ਜੋ ਜਿਹੜੇ ਮਨ ਚੰਚਲ ਸਨਗੇ, ਕਿਵੇਂ? ਜਿਵੇਂ ਪਾਰਾ ਬਹੁਤ ਚੰਚਲ ਮੰਨਿਆ, ਹੱਥ ਨਹੀਂ ਆਉਂਦਾ, ਜਿਵੇਂ ਪਾਰਾ ਚੰਚਲ ਹੈ। ਜਿਨ੍ਹਾਂ ਮਨਮੁਖਾਂ ਦੇ ਜਾਂ ਜਿਨ੍ਹਾਂ ਪ੍ਰੇਮੀਆਂ ਦੇ ਕਦੇ ਮਨ ਚੰਚਲ ਸੀਗੇ, ਚੰਚਲਤਾਈ ਸਹਿਤ ਸਨਗੇ। ਤਾਂ ਮਹਿ ਮੂਲ ਵਿਕਾਰ ਉਪਾਰ, ਤੇ ਚੰਚਲਤਾਈ ਵਾਲੇ ਮਨਾਂ ਚੋਂ ਵਿਕਾਰਾਂ ਵਿਸ਼ਿਆਂ ਦਾ ਮੂਲ ਮੁੱਢ ਪੱਟ ਕੇ ਰੱਖ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੜ ਪੱਟ ਦਿੱਤੀ ਵਿਸ਼ੇ ਵਿਕਾਰਾਂ ਦੀ। ਕਿਹਨਾਂ ਦੇ ਮਨਾਂ ਚੋਂ? ਜਿਨ੍ਹਾਂ ਦੇ ਮਨ ਕਦੇ ਚੰਚਲ ਸੀ, ਉਹਨਾਂ ਚੰਚਲ ਮਨਾਂ ਦੇ ਵਿੱਚੋਂ ਵਿਸ਼ੇ ਵਿਕਾਰਾਂ ਦੀ ਜੜ ਪੱਟ ਦਿੱਤੀ ਹੈ। ਪਾਰਨ ਪ੍ਰੇਮ ਕਰੋ ਗੁਰੂ ਨਾਨਕ, ਇਹ ਸਿੱਖੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਪ੍ਰੇਮ ਹੈ ਨਾ, ਆਪਦੇ ਹਿਰਦੇ ਵਿੱਚ ਪਾਲਣਾ ਕਰੋ। ਆਪਦੇ ਹਿਰਦੇ ਵਿੱਚ ਪ੍ਰੇਮ ਵਧਾਉਣਾ ਚਾਹੀਦਾ ਗੁਰੂ ਨਾਨਕ ਸਾਹਿਬ ਦਾ। ਆਪਦੇ ਹਿਰਦੇ ਵਿੱਚ ਪ੍ਰੇਮ ਜਿਹੜਾ ਉਹ ਪਾਲਣਾ ਚਾਹੀਦਾ, ਸਾਂਭਣਾ ਚਾਹੀਦਾ ਹੈ। ਜੇ ਸ਼ਰਨਾਗਤ ਕੀ ਪ੍ਰਤਪਾਰ, ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਨੂੰ ਆਗਤ ਪ੍ਰਾਪਤ ਹੋਇਆਂ ਪ੍ਰਾਣੀਆਂ ਦੀ ਪ੍ਰਤਪਾਲਣਾ ਕਰਦੇ ਐ, ਆਇਆਂ ਹੋਇਆਂ ਦੀ ਲਾਜ ਰੱਖਦੇ ਹਨ। ਪਾਰਸ ਜਿਉ ਸੋਈ ਜਾਤ ਜਿਨੈ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੂੰ ਪਾਰਸ ਵਾਂਗੂ ਛੋਹ ਗਏ। ਜਿਵੇਂ ਪਾਰਸ ਜਿਹੜਾ ਉਹਦੀ ਵਡਿਆਈ ਇਹ ਹੈ ਵੀ ਗਲੇ ਲੋਹੇ ਨਾਲ ਵੀ ਖਾਲਸਾ ਜੀ ਪਾਰਸ ਛੋਹ ਜਾਵੇ ਨਾ ਤੇ ਗਲਿਆ ਸੜਿਆ ਲੋਹਾ ਵੀ ਉਹ ਸੋਨਾ ਬਣ ਜਾਂਦਾ ਹੈ। ਕਵੀ ਰਾਜ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਭਾਈ ਸਿੱਖੋ ਪਾਰਸ ਹਨ ਤੇ ਕੌਡੇ ਰਾਖਸ਼ ਵਰਗੇ ਲੋਹੇ ਸੀਗੇ। ਜਿਨ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੇ ਬਚਨ ਸੁਣੇ, ਕੌਡਾ ਰਾਖਸ਼ ਚਾਹੇ ਵਲੀ ਕੰਧਾਰੀ, ਚਾਹੇ ਸੱਜਣ ਠੱਗ ਹੈ, ਚਾਹੇ ਜੋਗਣੀਆਂ ਖਾਲਸਾ ਜੀ, ਵੱਡੇ ਵੱਡੇ ਹੰਕਾਰੀ ਵਕਾਰੀ ਜਿਨ੍ਹਾਂ ਦੇ ਮਨ ਲੋਹੇ ਵਾਂਗੂ ਗਲੇ ਸੜੇ ਸਨ, ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਰੂਪੀ ਪਾਰਸ ਮਿਲਦਾ ਹੀ ਗਿਆ ਹੈ ਤੇ ਬੜੀ ਦਇਆ ਹੋਈ ਹੈ। ਸਮਲੋਹ ਜੋ ਕੰਚਨ ਹੋਏ ਅਪਾਰ, ਸੜੇ ਮਨ ਲੋਹੇ ਵਰਗੇ ਵੀ ਕੰਚਨ ਦੇ ਸਮ ਹੋਏ ਅਪਾਰ। ਕਈ ਜਿਨ੍ਹਾਂ ਦੀ ਮਹਿਮਾ ਨਹੀਂ ਕਹੀ ਗਈ। ਸੱਜਣ ਠੱਗ ਵਰਗਿਆਂ ਨੂੰ ਮੁੜ ਕੇ ਮੱਥੇ ਟੇਕਦਾ ਰਿਹਾ ਸੰਸਾਰ। ਵਲੀ ਕੰਧਾਰੀ ਵਰਗੇ ਪ੍ਰਚਾਰਕ ਰਹੇ ਆ ਸਿੱਖੀ ਦੇ, ਕਦੇ ਵਲੀ ਕੰਧਾਰੀ ਵਰਗੇ ਪਾਪੀ ਕਹੇ ਜਾਂਦੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਉਹ ਮਹਾਨ ਖਾਲਸਾ ਜੀ ਵਿਦਵਾਨ ਤੇ ਬ੍ਰਹਮ ਗਿਆਨੀ ਸਾਧੂ ਬਣ ਗਏ ਸਨ। ਕਵੀ ਰਾਜ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਜਿਵੇਂ ਲੋਹੇ ਨਾਲ ਲੱਗ ਜਾਵੇ ਪਾਰਸ ਤੇ ਲੋਹਾ ਸੋਨਾ ਬਣ ਜਾਂਦਾ ਹੈ। ਗੁਰੂ ਨਾਨਕ ਪਾਪੀਆਂ ਦੇ ਨਾਲ ਵੀ ਛੋਹ ਜਾਣ ਨਾ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਪਾਪੀ ਟੇਕ ਲਵੇ ਤੇ ਪਾਪੀ ਜਿਹੜੇ ਉਹ ਬ੍ਰਹਮ ਗਿਆਨੀ ਬਣੇ ਹੋਏ ਹਨ। ਦੋਹਰਾ ਬੰਦ ਨ ਪ੍ਰਹਸ ਬੰਦ ਹੋਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਦੀ ਮਹਿਮਾ ਦਾ ਮੰਗਲ ਕਵੀ ਜੀ ਕਰਦੇ ਹੈ। ਕਹਿੰਦੇ ਭਾਈ ਜਿਨ੍ਹਾਂ ਦਾ ਸੰਬੰਧ ਹੋ ਗਿਆ ਨਾ ਗੁਰੂ ਅੰਗਦ ਦੇਵ ਮਹਾਰਾਜ ਨਾਲ, ਜਿਨ੍ਹਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰੂ ਮੰਨਿਆ, ਜਿਨ੍ਹਾਂ ਨੇ ਸੰਬੰਧ ਧਾਰ ਲਿਆ, ਸਿੱਖ ਬਣ ਗਏ ਗੁਰੂ ਅੰਗਦ ਮਹਾਰਾਜ ਦੇ, ਬੰਧ ਨਾ ਪਰਹਿ, ਉਹਨਾਂ ਨੂੰ ਨਾ ਲੋਕ ਇਸ ਸੰਸਾਰ ਤੇ ਬੰਧਨ ਪੈਂਦੇ ਆ, ਰੁਕਾਵਟਾਂ ਪੈਂਦੀਆਂ, ਤੇ ਨਾ ਪਰਲੋਕ ਦੇ ਵਿੱਚ ਜਿਹੜੇ ਆ ਉਹ ਬੰਧਨ ਪੈਂਦੇ ਹਨ। ਸ੍ਰੀ ਅੰਗਦ ਪਦ ਬੰਦ, ਇਹੋ ਜੇ ਸੁਭਾਏ ਮਨ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਤੇ ਕਵੀ ਜੀ ਕਹਿੰਦੇ ਮੱਥਾ ਟੇਕੋ ਭਾਈ ਸਿੱਖੋ, ਨਮਸਕਾਰ ਕਰੋ ਧੰਨ ਗੁਰੂ ਅੰਗਦ ਸਾਹਿਬ ਨੂੰ। ਬੰਦ ਹੱਥ ਸ਼ਰਣੀ ਪਰੇ, ਹੱਥ ਜੋੜ ਕੇ ਜਿਹੜੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਸ਼ਰਣੀ ਪੈ ਗਏ, ਜਿਹੜੇ ਹੈ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦੇ
ਚਰਨਾਂ ਵਿੱਚ ਡਿੱਗ ਪੈਂਦੇ ਹਨ। ਵਿਘਨ ਵਿਨਾਸ਼ਨ ਬ੍ਰਿੰਦ। ਉਹ ਗੁਰੂ ਅੰਗਦ ਦੇਵ ਸੀ, ਉਹਨਾਂ ਸਾਰਿਆਂ ਦੇ ਵਿਘਨਾਂ ਨੂੰ ਨਾਸ਼ ਕਰ ਦੇਣ ਵਾਲੇ। ਜਿੰਨੇ ਵਿਘਨ ਹੁੰਦੇ ਆ ਉਹ ਸਾਰਿਆਂ ਵਿਘਨਾਂ ਨੂੰ ਨਾਸ਼ ਕਰ ਦਿੰਦੇ ਹਨ। ਦੋਹਰਾ ਪਰਮ ਬ੍ਰਿਧ ਸ੍ਰੀ ਅਮਰ ਜੀ। ਧੰਨ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਦਾ ਮੰਗਲ ਕਰਦੇ ਕਵੀ ਜੀ। ਗੁਰੂ ਅਮਰਦਾਸ ਜੀ ਸਰੀਰ ਕਰਕੇ ਬੜੇ ਬੁੱਢੇ ਹੈ। ਖਾਲਸਾ ਜੀ 106 ਵਰਿਆਂ ਦੇ ਲਾਗੇ ਉਮਰ ਹੋਈ ਹੈ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੀ। ਕਵੀ ਜੀ ਕਹਿੰਦੇ ਬੜੀ ਬਿਰਧ ਉਮਰ ਦੇ, ਵਡੇਰੀ ਉਮਰ ਦੇ ਆ ਧੰਨ ਗੁਰੂ ਅਮਰਦਾਸ ਜੀ। ਪਰਮ ਉਦਾਰ ਸਦੀਵ। ਤੇ ਪਰਮ ਕਹੀਏ ਵੱਡੇ ਹੀ, ਬਹੁਤ ਹੀ ਉਦਾਰ ਨਾਮ ਖਾਲਸਾ ਜੀ ਸਖੀ ਦਾ ਹੁੰਦਾ, ਜਿਹੜਾ ਦਾਤਾ ਹੋਵੇ ਤੇ ਪ੍ਰਵਾਹ ਨਾ ਕਰੇ ਦੇਣ ਲੱਗਿਆ। ਧੰਨ ਗੁਰੂ ਅਮਰਦਾਸ ਜੀ ਐਡੇ ਦਾਤੇ ਐ, ਪ੍ਰਵਾਹ ਨਹੀਂ ਕਰਦੇ ਦੇਣ ਲੱਗਿਆ। ਤੇ ਸਦੀਵ ਇੱਕ ਵਾਰ ਨਹੀਂ, ਸਦਾ ਹੀ ਜੁਗੋ ਜੁਗ ਅਟਲ ਗੁਰੂ ਅਮਰਦਾਸ ਮਹਾਰਾਜ ਜੀ ਬੇਪਰਵਾਹ ਦਾਤੇ ਹਨ। ਦੇਣ ਲੱਗਿਆ ਪ੍ਰਵਾਹ ਨਹੀਂ ਕਰਦੇ ਕਿੰਨਾ ਦੇਣਾ, ਇਹਦੇ ਗੁਣ ਕਿੰਨੇ ਆ। ਜਦੋਂ ਦਿੰਦੇ ਫਿਰ ਦੇ ਹੀ ਜਾਂਦੇ ਆ, ਦਿੰਦੇ ਤੋੜ ਨਾ ਆਵੇ ਗਣਤ ਭਰੇ ਭੰਡਾਰ। ਸੱਚੇ ਪਾਤਸ਼ਾਹ ਦੀ ਬੜੀ ਵਡਿਆਈ ਮਹਿਮਾ ਹੈ। ਪਰਮ ਬਖਸ਼ ਕਰ ਸੇਵਕਨ। ਤੇ ਪਰਮ ਜਦੋਂ ਵੱਡੀ ਬਖਸ਼ਿਸ਼ ਕਰਦੇ ਆ ਨਾ ਸੇਵਕਨ ਕਈ ਆਪਦੇ ਸੇਵਕਾਂ ਤੇ ਸਿੱਖਾਂ ਤੇ, ਪਰਮ ਉਧਾਰਕ ਥੀ। ਤੇ ਉਹਨਾਂ ਨੂੰ ਪਰਮ ਵੱਡੀ ਪਦਵੀ ਦੇ ਦਿੰਦੇ ਆ, ਕਿਉਂਕਿ ਗੁਰੂ ਅਮਰਦਾਸ ਜੀ ਪਰਮ ਕਈ ਵੱਡੇ ਉਧਾਰ ਕਰਨ ਵਾਲੇ ਐ। ਥੀਵ ਨਾਮ ਕੀ ਹੋਏ ਐ। ਗੁਰੂ ਅਮਰਦਾਸ ਜੀ ਬੜੇ ਵੱਡੇ ਉਧਾਰ ਕਰਨ ਵਾਲੇ ਸਤਿਪੁਰਖ ਅਕਾਲ ਪੁਰਖ ਦਾ ਸਰੂਪ ਹੋਏ ਐ। ਬੜਿਆਂ ਵੱਡਿਆਂ ਪਤਿਤ ਨੀਚਾਂ ਦਾ ਮਹਾਰਾਜ ਨੇ ਉਧਾਰਾ ਕੀਤਾ ਹੈ। ਦੋਹਰਾ ਰਾਮਦਾਸ ਸ੍ਰੀ ਸਤਿਗੁਰੂ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਦਾ ਮੰਗਲ ਸਰਵਣ ਕਰੋ ਸਰੋਤਾ ਜਨੋ। ਜਿਹੜੇ ਧੰਨ ਗੁਰੂ ਰਾਮਦਾਸ ਸਾਹਿਬ ਹੈ ਨਾ, ਉਹ ਸਤ ਸੱਚੇ ਗੁਰੂ ਹੈ ਭਾਈ। ਸ਼੍ਰੀ ਕਹੀਏ ਸਾਰਿਆਂ ਤੋਂ ਸ਼੍ਰੋਮਣੀ ਸਤਿਗੁਰੂ ਹਨ। ਦਾਸਨ ਤਰਾਸ ਵਿਨਾਸ਼। ਤੋ ਦਾਸਨ ਆਪਦੇ ਦਾਸਾਂ ਦਾ ਤਰਾਸ ਜਿਹੜਾ ਡਰ ਹੈ ਖਾਲਸਾ ਜੀ, ਉਹ ਵਿਨਾਸ਼ ਨਾਸ਼ ਕਰਨ ਵਾਲੇ ਆ ਗੁਰੂ ਰਾਮਦਾਸ। ਨਾਸ਼ ਕਿਵੇਂ ਕਰਦੇ ਆ? ਸਾਧ ਸੰਗ ਜਿਹੜਾ ਜੰਮਣ ਮਰਨ ਦਾ ਡਰ ਸਭ ਤੋਂ ਵੱਡਾ ਮੰਨਿਆ ਹੋਇਆ। ਜੰਮਣ ਮਰਨ ਦੇ ਡਰਾਂ ਨੂੰ ਨਾਸ਼ ਕਰ ਦਿੰਦੇ ਆ। ਬਾਬਾ ਆਦਮ ਜੀ ਵਰਗਿਆਂ ਨੂੰ ਡਰ ਸੀਗਾ, ਮਨ ਵਿੱਚ ਭੈ ਸੀ ਵੀ ਸਾਡਾ ਤਾਂ ਨਾਂ ਲੈਣ ਵਾਲਾ ਕੋਈ ਨਹੀਂ ਰਹਿਣਾ, ਸੰਸਾਰ ਤੋਂ ਤੁਰ ਗਏ ਤਾਂ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਆਏ ਸੀਗੇ। ਸੰਗਤ ਦੀ ਸੇਵਾ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਖੁਸ਼ ਕਰ ਲਿਆ। ਤੇ ਭਾਵੇਂ ਸਾਧ ਸੰਗਤ ਜੀ 7 ਜਨਮ ਵੀ ਇਹਨਾਂ ਦੇ ਅੱਗੇ ਪੁੱਤਰ ਨਹੀਂ ਹੋਣਾ ਸੀ, ਕੋਈ ਔਲਾਦ ਨਹੀਂ ਸੀ ਹੋਣੀ, ਪਰ ਗੁਰੂ ਰਾਮਦਾਸ ਮਹਾਰਾਜ ਨੇ ਭਗਤੀ ਦੀ ਅੰਸ਼ ਚੋਂ ਭਾਈ ਭਗਤੂ ਦਾ ਵਰਦਾਨ ਦਿੱਤਾ ਸੀ ਵੀ ਪੁੱਤਰ ਹੋਵੇਗਾ ਉਹਦਾ ਨਾਮ ਭਗਤੂ ਰੱਖਣਾ। ਤੋ ਗਰੀਬ ਨਵਾਜ ਮਹਾਰਾਜ ਨੇ ਇਸ ਤਰ੍ਹਾਂ ਬੜੇ ਖਾਲਸਾ ਦੀ ਸਿੱਖਾਂ ਦੇ ਜਿਨ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਦੀ ਸੇਵਾ ਕੀਤੀ, ਦਾਸ ਬਣੇ ਆ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ, ਉਹਨਾਂ ਦੇ ਸਾਰੇ ਡਰਾਂ ਨੂੰ ਨਾਸ਼ ਕੀਤਾ ਹੈ। ਨਿਜ ਪਰ ਜਨ ਵਿਸ਼ਵਾਸ ਲਖ। ਤੇ ਸਾਧ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਜਦੋਂ ਇਹ ਜਾਣ ਲੈਂਦੇ ਆ ਨਾ ਵੀ ਫਲਾਣਾ ਸਿੱਖ ਮੇਰੇ ਤੇ ਭਰੋਸਾ ਕਰਦਾ ਹੈ, ਫਲਾਣੇ ਸਿੱਖ ਦਾ ਮੇਰੇ ਤੇ ਬੜਾ ਨਿਚਾ ਹੈ, ਫਲਾਣੇ ਸਿੱਖ ਦਾ ਮੇਰੇ ਤੇ ਬੜਾ ਵਿਸ਼ਵਾਸ ਹੈ, ਜਦੋਂ ਮਹਾਰਾਜ ਨੂੰ ਇਹ ਗੱਲ ਪਤਾ ਲੱਗ ਜਾਂਦੀ ਹੈ, ਬਖਸ਼ਤ ਹੈ ਸੁਖ ਰਾਸ। ਫਿਰ ਸੁੱਖਾਂ ਦੀ ਰਾਸ ਕਹੀਏ ਖਜ਼ਾਨਾ ਹੀ ਬਖਸ਼ ਦਿੰਦੇ। ਇੱਕ ਦਾ ਸੁੱਖ ਨਹੀਂ, ਸੁੱਖਾਂ ਦਾ ਖਜ਼ਾਨਾ ਹੀ ਬਖਸ਼ ਦਿੰਦੇ ਉਸ ਸਿੱਖ ਨੂੰ। ਬਸ ਮਹਾਰਾਜ ਨੂੰ ਪਤਾ ਲੱਗ ਜਾਵੇ ਗੁਰੂ ਰਾਮਦਾਸ ਨੂੰ ਵੀ ਵਾਕਈ ਸਿੱਖ ਦਾ ਮੇਰੇ ਤੇ ਭਰੋਸਾ ਹੈ, ਵੀ ਐਸਾ ਨਾ ਹੋਵੇ ਵੀ 2 ਬੇੜੀਆਂ 'ਚ ਪੈਰ ਰੱਖਣ ਵਾਲਾ ਨਾ ਹੋਵੇ। ਹੁਣ ਵੀ ਖਾਲਸਾ ਜੀ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤ ਉੱਪਰ ਵਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ। ਅਜੋਕੇ ਸਮੇਂ ਦੇ ਵਿੱਚ ਵੀ ਜੇ ਕੋਈ ਪੂਰਾ ਭਰੋਸਾ ਕਰਕੇ ਜਦੋਂ ਸਾਰੇ ਡਾਕਟਰਾਂ ਤੋਂ ਦੂਜੇ ਤੀਜੇ ਪਾਸਿਓਂ ਜਵਾਬ ਮਿਲ ਜਾਂਦੇ ਆ ਨਾ, ਤੇ ਫਿਰ ਜਦੋਂ ਐਨ ਭਰੋਸਾ ਧਾਰ ਲੈਂਦੇ ਆ ਗੁਰੂ ਰਾਮਦਾਸ ਤੇਰੀ ਸ਼ਰਨ, ਮਹਾਰਾਜ ਤੇਰੀ ਸ਼ਰਨ ਆਏ ਲਾਜ ਰੱਖੋ। ਤੇ ਅਜੋਕੇ ਸਮੇਂ ਵਿੱਚ ਖਾਲਸਾ ਜੀ ਅਖਬਾਰਾਂ ਭਰੀਆਂ ਮਿਲਣਗੀਆਂ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ। ਹੁਣ ਤੀਕਰ ਵੀ ਜਿਹੜੇ ਆ ਉਹ ਪਾਪੀ ਪਤਿਤ ਨੀਚ ਦੁਖੀ ਵਿਆਧੀ ਉਪਾਧੀ ਆਦਿ ਰੋਗਾਂ ਦੇ ਸਤਾਏ ਉਤਾਰੇ ਜਾਂਦੇ ਆ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜਾਣ ਇਹ ਗੱਲ ਵੀ ਸਿੱਖ ਦੇ ਮੇਰੇ ਤੇ ਹੀ ਭਰੋਸਾ ਹੈ, ਜਾਂ ਸਿੱਖ ਭਰੋਸਾ ਕਰੇ ਸੀ ਗੁਰੂ ਰਾਮਦਾਸ ਪਾਤਸ਼ਾਹ ਤੇ, ਮਹਾਰਾਜ ਦੇ ਦਰ ਤੋਂ ਬਿਨਾਂ ਆਣ ਸੇਵਾ ਨਾ ਮਨ ਵਿੱਚ ਰੱਖਦਾ ਹੋਵੇ, ਪੂਰਨ ਭਰੋਸਾ ਹੋਵੇ ਵੀ ਗੁਰੂ ਰਾਮਦਾਸ ਤੇਰੇ ਘਰ ਤੋਂ ਬਿਨਾਂ ਮਹਾਰਾਜ ਹੋਰ ਕੋਈ ਰਾਹ ਚਾਰਾ ਨਹੀਂ ਮੇਰਾ, ਤੋਂ ਗਰੀਬ ਨਵਾਜ ਉਹਨੂੰ ਫਿਰ ਬਖਸ਼ ਲੈਂਦੇ ਆ। ਕੀ ਬਖਸ਼ਦੇ ਆ? ਇੱਕ ਅੱਧਾ ਸੁੱਖ ਨਹੀਂ, ਖਾਲਸਾ ਦੀ ਸੁੱਖਾਂ ਦੇ ਖਜ਼ਾਨੇ ਭੰਡਾਰੇ ਬਖਸ਼ਿਸ਼ ਕਰਕੇ ਨਿਹਾਲ ਕਰ ਦਿੰਦੇ ਆ। ਦੋਹਰਾ ਭਾਰੀ ਉਪਕਾਰੀ ਸਦਾ। ਅੱਗੇ ਗੁਰੂ ਅਰਜਨ ਦੇਵ ਮਹਾਰਾਜ ਦੀ ਮਹਿਮਾ ਸਰਵਣ ਕਰੀਏ। ਬੜੇ ਭਾਰੀ ਉਪਕਾਰ ਕਰਨ ਵਾਲੇ ਆ ਗੁਰੂ ਅਰਜਨ ਦੇਵ ਮਹਾਰਾਜ ਦੀ। ਇੱਕ ਅੱਧੇ ਦਿਨ ਵਾਸਤੇ ਨਹੀਂ, ਸਦਾ ਹੀ ਹਮੇਸ਼ਾ ਹੀ ਹਰ ਵਾਰ ਜੁਗਾਂ ਤੱਕ
ਗੁਰੂ ਅਰਜਨ ਦੇਵ ਜੀ ਬੜੇ ਪਰਉਪਕਾਰੀ ਹਨ, ਜਿਨ੍ਹਾਂ ਨੇ ਖਾਲਸਾ ਜੀ ਪਹਿਲਾਂ ਅੰਮ੍ਰਿਤਸਰ ਸਾਹਿਬ ਦਾ ਸਥਾਨ ਬਣਵਾਇਆ, ਫਿਰ ਤਰਨਤਾਰਨ ਸਾਹਿਬ ਦਾ ਸਰੋਵਰ ਬਣਵਾਇਆ, ਫਿਰ ਸਾਧ ਸੰਗਤ ਜੀ ਜਿੱਧਰ ਇਹ ਹੈ ਨਾ ਬਾਬਾ ਬੁੱਢਾ ਸਾਹਿਬ ਵਾਲਾ ਹੁਣ ਜੋਕਾ ਝਬਾਲ, ਤੇ ਜਿੱਥੇ ਆ ਹੈਗੇ ਹੈ ਵਡਾਲੀ ਵਰਗੇ ਨਗਰ, ਗੁਰੂ ਕੀ ਵਡਾਲੀ, ਇਸ ਪਾਸੇ ਸੱਚੇ ਪਾਤਸ਼ਾਹ ਮਹਾਰਾਜ ਨੇ ਖੂਹ ਲਵਾਏ ਹੈ। 21 ਮਾਲਾਂ ਚਲਾਉਣ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਰਨ ਕੀਤਾ ਸੀਗਾ, ਤੇ ਗਰੀਬ ਨਵਾਜ ਮਹਾਰਾਜ ਨੇ ਫਿਰ ਉਹ 6 ਖੂਹਾਂ ਦੇ ਵਿੱਚ 21 ਮਾਲਾਂ ਚਲਾ ਕੇ 6 ਖੂਹਾਂ ਦੀ ਮਰਿਆਦਾ ਵੀ ਬਹਾਲ ਕਰ ਦਿੱਤੀ। ਉਹ ਪਰਉਪਕਾਰੀ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ, ਤਿਤ ਧਾਰੀ ਗੁਣ ਖਾਨ। ਤੇ ਬੜੇ ਧੀਰਜ ਵਾਲੇ ਆ। ਚੰਦੂ ਨੇ ਕਿੱਡਾ ਕਹਿਰ ਕਮਾਇਆ ਗੁਰੂ ਅਰਜਨ ਦੇਵ ਸਾਹਿਬ ਤੇ, ਪਰ ਮਹਾਰਾਜ ਨੇ ਕੋਈ ਖਾਲਸਾ ਜੀ ਕੋਝਾ ਸਰਾਫ ਦਾ ਬਚਨ ਨਹੀਂ ਗੁੱਸੇ ਵਿੱਚ ਆ ਕੇ ਕੀਤਾ। ਹਜ਼ੂਰ ਨੇ ਇੱਕ ਸਹਿਜ ਰਹਿਣ ਵਾਲੇ ਹੈ, ਬਹੁਤ ਭਾਰੀ ਧੀਰਜ ਧਾਰੀ ਹਨਗੇ, ਤੇ ਗੁਣਾਂ ਦਾ ਤਾਂ ਖਾਣ ਕੀ ਖਜ਼ਾਨਾ ਹਨ। ਮਹਾਰਾਜ ਵਿੱਚ ਇਤਨੇ ਗੁਣ ਹੈ ਖਾਲਸਾ ਜੀ। ਇੱਕ ਖਜ਼ਾਨਾ ਹੁੰਦਾ, ਇੱਕ ਖਾਣ ਹੁੰਦੀ ਹੈ। ਖਜ਼ਾਨਾ ਉਹ ਹੁੰਦਾ ਜਿਹਦੇ 'ਚ ਜਿੰਨੀ ਵਸਤੂ ਪਾਈ ਓਨੀ ਨਿਕਲਦੀ ਹੈ। ਖਾਣ ਹੁੰਦੀ ਜਿਵੇਂ ਕੋਲੇ ਦੀ ਖਾਣ ਹੈ, ਕੁਦਰਤੀ ਹੈ, ਉਹ ਨਿਕਲੀ ਆਉਂਦਾ ਜਿੰਨਾ ਮਰਜ਼ੀ, ਉਹਦਾ ਕੋਈ ਲਿਮਟ ਨਹੀਂ ਹੁੰਦੀ ਵੀ ਕਿੰਨੀ ਵਸਤੂ ਇਹਦੇ ਚੋਂ ਨਿਕਲੇਗੀ। ਗੁਰੂ ਅਰਜਨ ਦੇਵ ਮਹਾਰਾਜ ਕੋਲੋਂ ਸੁੱਖ ਕਿੰਨੇ ਕੁ ਮਿਲਦੇ ਹੈ, ਗੁਣ ਕਿੰਨੇ ਕੁ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵਿੱਚ। ਕਵੀ ਰਾਜ ਕਹਿੰਦੇ ਕੋਈ ਗਿਣਤੀ ਮਿਣਤੀ ਥੋੜਾ ਹੈ, ਗੁਣਾਂ ਦੀ ਖਾਣ ਹਨ ਗੁਰੂ ਅਰਜਨ ਦੇਵ ਸਾਹਿਬ ਜੀ। ਗੁਣ ਨਿਕਲਦੇ ਤੁਰੇ ਆਉਂਦੇ ਹੈ, ਬੇਅੰਤ ਗੁਣਾਂ ਦੇ ਮਾਲਕ ਹਨ। ਸ੍ਰੀ ਅਰਜਨ ਪਦ ਪਦਮ ਕੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਜਿਹੜੇ ਪਦ ਕਹੀਏ ਕਮਲ ਹੈ, ਪਦ ਚਰਨ ਹੈ ਨਾ, ਪਦਮ ਕਹੀਏ ਕਮਲ, ਚਰਨ ਕਮਲ ਹਨ ਗੁਰੂ ਅਰਜਨ ਦੇਵ ਸਾਹਿਬ ਦੇ। ਜੋ ਨਮੋ ਜੋਰ ਜਗਪਾਨ। ਇਹੋ ਜੇ ਉਦਾਰ ਸਖੀ ਦਾ ਤੇ ਗੁਣਾਂ ਦੀ ਖਾਣ ਗੁਰੂ ਅਰਜਨ ਦੇਵ ਸਾਹਿਬ ਨੂੰ ਦੋਵੇਂ ਹੱਥ ਜੋੜ ਕੇ ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਸਾਡੀ ਨਮਸਕਾਰ ਹੈ, ਸਾਡੀ ਬੰਦਨਾ ਹੈ। ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ। ਅੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਵੀ ਜੀ ਕਰਦੇ ਹੈ। ਸੁਭਾਏ ਮਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜੋ ਸੱਚੇ ਪਾਤਸ਼ਾਹ ਛੇਵੇਂ ਸਤਿਗੁਰੂ ਹਨ। ਚੰਦ ਮਨਿੰਦ ਬਲਿੰਦ। ਉਹ ਮਹਾਰਾਜ ਤਾਂ ਪੁੰਨਿਆਂ ਦੇ ਚੰਦ ਵਰਗੇ ਆ। ਮਨਿੰਦ ਕਹੀਏ ਤੁੱਲ ਹਨ, ਬਲਿੰਦ ਕਹੀਏ ਬੜੇ ਭਾਰੀ, ਬਹੁਤ ਭਾਰੀ ਉੱਚੇ ਸੁੱਚੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ। ਪੁੰਨਿਆਂ ਦੇ ਚੰਦਰਮਾ ਵਰਗੀ ਸੋਭਾ ਹੈ ਹਜ਼ੂਰ ਦੀ। ਦਰਸ਼ਨ ਕੁਮਦ ਆਨੰਦ ਦਾ। ਤੇ ਸਾਧ ਸੰਗਤ ਜੀ ਚੰਦਰਮਾ ਦੀ ਇੱਕ ਵਡਿਆਈ ਹੈ। ਜਦੋਂ ਚੰਦਰਮਾ ਚੜ੍ਹਦਾ ਨਾ, ਇੱਕ ਕਮੁਦਨੀ ਦੇ ਫੁੱਲ ਹੁੰਦੇ ਜਿਹਨੂੰ ਕਵੀਆਂ ਕਹਿੰਦੇ, ਕਲੀਆਂ ਵੀ ਕਹਿ ਦਿੰਦੇ ਆ, ਉਹ ਜਦੋਂ ਚੰਦਰਮਾ ਚੜ੍ਹਦਾ ਉਹ ਰਾਤ ਨੂੰ ਖਿੜ ਪੈਂਦੀਆਂ ਨੇ। ਜਦੋਂ ਚੰਦਰਮਾ ਰਾਤ ਨੂੰ, ਦਿਨੇ ਚੰਦਰਮਾ ਦੀ ਆਭਾ ਖਤਮ ਹੋ ਜਾਂਦੀ ਹੈ, ਤੇ ਨਾਲ ਦੀ ਨਾਲ ਜਿਹੜੀਆਂ ਕਲੀਆਂ ਕਵੀਆਂ ਹੁੰਦੀਆਂ ਉਹ ਮੁਰਝਾ ਜਾਂਦੀਆਂ ਹਨ। ਕਵੀ ਰਾਜ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਤਾਂ ਹਨ ਪੁੰਨਿਆਂ ਦੇ ਚੰਦਰਮਾ ਵਰਗੇ, ਪਰ ਜਿਹੜੇ ਮਹਾਰਾਜ ਨੂੰ ਪ੍ਰੇਮ ਕਰਨ ਵਾਲੇ ਸਿੱਖ ਹੈ ਉਹ ਕਲੀਆਂ ਵਰਗੇ ਆ। ਉਹਨਾਂ ਦੇ ਮਨ ਜਿਵੇਂ ਕਲੀਆਂ ਦੇ ਫੁੱਲ ਹੁੰਦੇ ਆ, ਤੇ ਕਲੀਆਂ ਨੂੰ ਜਿਵੇਂ ਚੰਦਰਮਾ ਆਨੰਦ ਦਿੰਦਾ ਹੈ, ਗੁਰੂ ਹਰਗੋਬਿੰਦ ਸਾਹਿਬ ਆਪਦੇ ਸਿੱਖਾਂ ਨੂੰ ਇਉਂ ਆਨੰਦ ਦਿੰਦੇ ਹਨ। ਛਤਰ ਬ੍ਰਿੰਦ ਅਰਬਿੰਦ। ਤੇ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਨਾ ਛਤਰ ਬ੍ਰਿੰਦ ਅਰਬਿੰਦ, ਗੁਰੂ ਗਰੀਬ ਨਵਾਜ, ਜਿੰਨੇ ਸ਼ਤਰੂ ਹਨ, ਦੁਸ਼ਮਣ ਹਨ, ਉਹਨਾਂ ਸਾਰਿਆਂ ਦੁਸ਼ਮਣਾਂ ਨੂੰ ਖਾਲਸਾ ਜੀ ਮੁਰਝਾ ਦੇਣ ਵਾਲੇ ਆ। ਕਿਉਂਕਿ ਜਿਹੜੇ ਦੁਸ਼ਮਣ ਹੈ ਗੁਰੂ ਹਰਗੋਬਿੰਦ ਸਾਹਿਬ ਦੇ, ਉਹ ਕਮਲ ਵਰਗੇ ਆ। ਚੰਦਰਮਾ ਨੂੰ ਵੇਖ ਕੇ ਕਮਲ ਮੁਰਝਾ ਜਾਂਦਾ ਹੈ ਤੇ ਕਲੀਆਂ ਖਿੜ ਪੈਂਦੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਚੰਦਰਮਾ ਵਰਗੇ ਹਨਗੇ। ਸਿੱਖ ਜਿਹੜੇ ਪਿਆਰ ਕਰਦੇ ਆ ਗੁਰੂ ਹਰਗੋਬਿੰਦ ਸਾਹਿਬ ਦੀ ਸੋਭਾ ਵੇਖ ਕੇ ਉਹਨਾਂ ਦਾ ਮਨ ਪ੍ਰਸੰਨ ਹੋ ਜਾਂਦਾ ਹੈ। ਤੇ ਜਿਹੜੇ ਖਾਲਸਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਨਿੰਦਕ ਲੋਕ ਹੈ, ਉਹ ਕਮਲ ਦੇ ਫੁੱਲ ਵਰਗੇ ਹੈ। ਕਮਲ ਦੇ ਫੁੱਲ ਮੁਰਝਾ ਜਾਂਦੇ ਆ ਚੰਦਰਮਾ ਨੂੰ ਵੇਖ ਕੇ, ਕਲੀਆਂ ਖਿੜ ਜਾਂਦੀਆਂ ਹਨ। ਦੋਹਰਾ ਸ੍ਰੀ ਹਰਿ ਰਾਏ ਸੁਹਰਤ ਹੈ। ਅੱਗੇ ਸਪਤਮ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ, ਤਿੰਨਾਂ ਦੀ ਬਾਬਤ ਕਵੀ ਜੀ ਲਿਖਦੇ ਜਿਹੜੇ ਧੰਨ ਸੁਭਾਏ ਮਨ ਸਾਹਿਬ ਸ੍ਰੀ ਗੁਰੂ ਹਰੀ ਕਹੀਏ ਪਰਮੇਸ਼ਰ ਤੇ ਰਾਏ ਰਾਜਾ ਰੂਪ ਹਨ। ਉਹ ਕਹਿੰਦੇ ਆ ਨਾਸ਼ ਕਰ ਦਿੰਦੇ ਆ। ਕਿਹਨੂੰ ਨਾਸ਼ ਕਰਦੇ ਹਨ? ਦਾਸਨ ਕੀ ਦੁਖ ਜਾਲ। ਆਪਣਿਆਂ ਦਾਸਾਂ ਦੇ ਜਾਲ ਕਹੀਏ ਸਾਰੇ ਦੁੱਖਾਂ ਨੂੰ ਜਿਹਦਾ ਅਨਵੇ ਅਰਥ ਕਰ ਲੈਣਾ ਹੈ। ਦਾਸਨ ਕੇ ਦੁੱਖ ਜਾਲ ਸ੍ਰੀ ਹਰਿ ਰਾਏ ਸੋ ਹਰਤ ਹੈ। ਕਹਿੰਦੇ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦਾਸਾਂ ਦੇ ਜਾਲ ਕਹੀਏ ਸਾਰੇ ਦੁੱਖਾਂ ਨੂੰ ਹਰਤ ਹੈ, ਹਰਤ ਨਾਸ਼ ਕਰ ਦਿੰਦੇ ਹਨ। ਹਰ ਇੱਛਾ ਕੋ ਦੇਤ ਹੈ। ਤੇ ਸੇਵਕ ਅਰਦਾਸ ਕਰੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਨੂੰ, ਉਹਦੀਆਂ ਸਾਰੀਆਂ ਇੱਛਾ ਨੂੰ
ਛੇਵਾਂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪੂਰਾ ਕਰ ਦਿੰਦੇ ਹੈ। ਹਰਿ ਜਿਉ ਹੋਏ ਦਿਆਲ। ਤੇ ਮਹਾਰਾਜ ਕਿਵੇਂ ਜਿਵੇਂ ਹਰੀ ਪਰਮੇਸ਼ਰ ਜਾਂ ਕ੍ਰਿਸ਼ਨ ਭਗਵਾਨ ਜੀ ਦਿਆਲ ਹੁੰਦੇ ਹੈ ਨਾ, ਜਾਂ ਹਰੀ ਪਰਮੇਸ਼ਰ ਦਿਆਲੂ ਹੁੰਦਾ ਹੈ, ਉਵੇਂ ਦਿਆਲ ਹੁੰਦੇ ਜਦੋਂ ਤੇ ਸਾਰੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ। ਤੋ ਗਰੀਬ ਨਵਾਜ ਪਾਤਸ਼ਾਹ ਸਾਰੇ ਸੁੱਖਾਂ ਦੇ ਦਾਤੇ ਹੈ, ਇੱਛਾ ਸਭ ਦੀ ਪੂਰੀ ਕਰਦੇ ਹੈ, ਜਿਹਦੇ ਤੇ ਦਿਆਲ ਹੋ ਜਾਂਦੇ ਹੈ, ਕਾਲੇ ਖਾਂ ਵਰਗਿਆਂ ਨੂੰ ਨਦਰੋਂ ਨਦਰ ਨਿਹਾਲ ਕਰ ਦਿੰਦੇ ਹਨ। ਦੋਹਰਾ ਸ੍ਰੀ ਸਤਿਗੁਰੂ ਹਰਿਕ੍ਰਿਸ਼ਨ ਜੀ। ਅੱਗੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਦਾ ਮੰਗਲ ਕਰਦੇ ਆ ਕਵੀ ਜੀ। ਸੱਚੇ ਪਾਤਸ਼ਾਹ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੋ ਸੁਭਾਏਮਾਨ ਸਤਿਗੁਰੂ ਜੀ ਦੇਹੁ ਗੁਰਮਤਿ ਉਪਜਾਏ। ਇਹਨਾਂ ਨੂੰ ਅਰਦਾਸ ਕਰਦੇ, ਇਹਨਾਂ ਨੂੰ ਕਵੀ ਜੀ ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਗਰੀਬ ਨਵਾਜ ਦੇਹੁ ਗੁਰਮਤਿ ਉਪਜਾਏ। ਮੇਰੇ ਮਹਾਰਾਜ ਹਿਰਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੀ ਮਤ ਪੈਦਾ ਕਰ ਦਿਓ, ਜਿਹੜੀ ਕੁਮਤ ਹੈ ਦੁਰਮਤ ਹੈ ਉਹ ਨਾਸ਼ ਹੋ ਜਾਵੇ, ਤੇ ਗੁਣਾਂ ਦੇ ਸਹਿਤ ਗੁਰੂ ਦੀ ਮਤ ਮੇਰੇ ਅੰਦਰ ਪੈਦਾ ਹੋ ਜਾਵੇ ਜੀ। ਔਰ ਬਿਕਾਰ ਕੋ ਪਰ ਹਰਹੁ। ਤੇ ਮੇਰੇ ਹਿਰਦੇ ਦੇ ਜਿੰਨੇ ਵਿਕਾਰ ਹੈ, ਵਿਸ਼ੇ ਵਿਕਾਰ ਨੇ ਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਸਾਰੇ ਵਿਸ਼ੇ ਵਿਕਾਰ ਜਿਹੜੇ ਹੈ ਸਤਿਗੁਰੂ ਬਾਲਾ ਪ੍ਰੀਤਮ ਜੀ ਇਹਨਾਂ ਸਾਰਿਆਂ ਵਿਸ਼ੇ ਵਿਕਾਰਾਂ ਨੂੰ ਇਉਂ ਨਾਸ਼ ਕਰ ਦੋ ਜਿਵੇਂ ਮਹਾਰਾਜ ਆਪ ਜੀਆਂ ਨੇ ਸੱਚੇ ਪਾਤਸ਼ਾਹ ਜੀ ਛੱਜੂ ਝੋਰ ਦਾ ਬੋਲਾਪਣ ਤੇ ਗੂੰਗਾਪਣ ਤੇ ਅਗਿਆਨ ਨਾਸ਼ ਕੀਤਾ ਸੀਗਾ। ਸਾਡੇ ਵਿਸ਼ੇ ਵਿਕਾਰ ਮਹਾਰਾਜ ਇਸ ਤਰ੍ਹਾਂ ਨਾਸ਼ ਕਰ ਦਿਓ ਜੀ। ਸਤਨਾਮ ਲਿਵ ਲਾਏ। ਤੇ ਮਹਾਰਾਜ ਸਾਡੀ ਜਿਹੜੀ ਲੇਵੇ ਆ ਨਾ ਬਿਰਤੀ ਸੁਰਤੀ, ਉਹ ਵਾਹਿਗੁਰੂ 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 ਸਿਮਰਨ ਦੇ ਨਾਲ ਲਾ ਕਰਕੇ ਸਾਨੂੰ ਸੰਸਾਰ ਤੋਂ ਤਾਰ ਦਿਓ ਮਹਾਰਾਜ। ਪਾਤਸ਼ਾਹ ਨਾਮ ਦੀਆਂ ਦਾਤਾਂ ਬਖਸ਼ੋ ਜੀ। ਦੋਹਰਾ ਤੇਗ ਬਹਾਦਰ ਸ੍ਰੀ ਗੁਰੂ। ਅੱਗੇ ਧੰਨ ਗੁਰੂ ਤੇਗ ਬਹਾਦਰ ਜੀ ਦੀ ਮਹਿਮਾ ਕਵੀ ਜੀ ਕਰਦੇ ਐ। ਸੁਭਾਏਮਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜਿਹੜੇ ਤੇਗ ਵਾਹੁਣ ਦੇ ਬੜੇ ਬਹਾਦਰ ਧਨੀ ਹਨ। ਪਰਮ ਬਹਾਦਰ ਧੀਰ। ਪਰਮ ਕਹੀਏ ਬਹੁਤ ਹੀ ਬਹਾਦਰ ਵੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਨਾਂ ਦੇ ਬਹਾਦਰ ਨਹੀਂ ਕਰਮ ਦੇ ਵੀ ਬਹਾਦਰ ਹਨ। ਤੇ ਧੀਰ ਕਹੀਏ ਧੀਰਜ ਧਾਰੀ, ਕਿਉਂਕਿ ਸੂਰਮੇ ਦਾ ਖਾਲਸਾ ਜੀ ਗੁਣ ਹੈ। ਸੂਰਮਾ ਜਿੱਡਾ ਬਹਾਦਰ ਹੁੰਦਾ ਹੈ ਓਡਾ ਵੱਡਾ ਹੌਸਲਾ ਵੀ ਸੂਰਮੇ ਦੇ ਪਾਸ ਹੁੰਦਾ ਹੈ। ਜਿੱਡੀ ਵੱਡੀ ਸੂਰਮਤਾਈ ਹੁੰਦੀ ਸੂਰਮੇ ਕੋਲ, ਓਡੀ ਵੱਡੀ ਸਹਿਣਸ਼ੀਲਤਾ ਵੀ ਹੁੰਦੀ ਹੈ। ਜਿਹਦੇ ਕੋਲ ਸਹਿਣਸ਼ੀਲਤਾ ਨਹੀਂ ਨਾ ਖਾਲਸਾ ਜੀ, ਉਹ ਸੂਰਮੇ ਨਹੀਂ ਕਹਾਉਂਦੇ। ਗੁਰੂ ਹਰਗੋਬਿੰਦ ਸਾਹਿਬ ਜੀ ਬਹਾਦਰ ਸੂਰਮੇ ਵੀ ਹੈ, ਜਿੱਡੇ ਵੱਡੇ ਸੂਰਮੇ ਹੈ ਓਡੇ ਵੱਡੇ ਧੀਰਜ ਧਾਰੀ ਵੀ ਹਨ। ਸਾਦਰ ਪਰ ਉਪਕਾਰ ਹਿਤ। ਕਿੱਡੇ ਵੱਡੇ ਪਰਉਪਕਾਰੀ ਹੈ ਗੁਰੂ ਤੇਗ ਬਹਾਦਰ, ਜਿਨ੍ਹਾਂ ਨੇ ਸਤਕਾਰ ਸਹਿਤ ਜਾਂ ਹਿੰਦੁਸਤਾਨ ਦਾ ਸਤਕਾਰ ਹਿਤ ਕਹੀਏ ਵਾਸਤੇ ਪਰਉਪਕਾਰ ਕਰਦਿਆਂ ਇਹਨਾਂ ਹਿੰਦੀਆਂ ਉੱਪਰ ਤਿੰਨ ਸਮਝਿਓ ਸਰੀਰ। ਐਡਾ ਵੱਡਾ ਪਰਉਪਕਾਰ ਕੀਤਾ ਜਿਵੇਂ ਕੱਖ ਹੱਥੋਂ ਖਾਲਸਾ ਜੀ ਡੀਲਾ ਸੁੱਟੀ ਦਾ ਨਾ ਚਲਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਸੀਸ ਦੇ ਦਿੱਤਾ, ਤੇ ਰੱਤੀ ਮਾਤਰ ਵੀ ਮੇਰ ਨਹੀਂ ਜਣਾਈ ਸੀਸ ਦੇਣ ਲੱਗਿਆਂ। ਹਿੰਦੁਸਤਾਨ ਦੇ ਉੱਪਰ ਪਰਉਪਕਾਰ ਕੀਤਾ। ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨ ਦੀਆ, ਠੀਕਰ ਫੋਰ ਦਿੱਲੀਸ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਰਿਆ, ਕਰੀ ਨਾ ਕਿਨਹੂ ਆਨ। ਸਾਰੇ ਸੰਸਾਰ ਵਿੱਚ ਖਾਲਸਾ ਜੀ ਗੁਰੂ ਤੇਗ ਬਹਾਦਰ ਜੀ ਵਰਗਾ ਪਰਉਪਕਾਰੀ ਨਹੀਂ ਮਿਲੇਗਾ। ਆਪਦੇ ਖਾਲਸਾ ਜੀ ਧਰਮ ਨੂੰ ਤਾਂ ਬੜੇ ਰਹਿਬਰਾਂ ਨੇ ਆਪਦੇ ਧਰਮ ਵਾਸਤੇ ਕੁਝ ਕੀਤਾ, ਸਾਰੇ ਰਹਿਬਰ ਹੀ ਆਪਦੇ ਧਰਮ ਵਾਸਤੇ ਤਾਂ ਬਹੁਤ ਕੁਝ ਕਰਦੇ ਆ, ਪਰ ਬਗਾਨੇ ਧਰਮ ਵਾਸਤੇ ਅੱਜ ਤੱਕ ਇੱਕ ਵੀ ਤੁਹਾਨੂੰ ਇਹੋ ਜਿਹਾ ਇਤਿਹਾਸਕ ਜਿਹੜਾ ਪ੍ਰਸੰਗ ਨਹੀਂ ਪ੍ਰਾਪਤ ਹੋਵੇਗਾ। ਜਿੰਨੇ ਮਰਜ਼ੀ ਦੁਨੀਆ ਦੇ ਇਤਿਹਾਸਕ ਗ੍ਰੰਥ ਫਰੋਲ ਲਓ, ਸਾਰੇ ਚਾਹੇ ਧਰਮਾਂ ਦਾ ਅਧਿਐਨ ਕਰ ਲਓ, ਪਰ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਪਾਤਸ਼ਾਹ ਦਾ ਦਰ ਤਾਂ ਸਭ ਤੋਂ ਵੱਡਾ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਪਰਾਇਆਂ ਵਾਸਤੇ ਪਰਉਪਕਾਰ ਕੀਤਾ ਹੈ। ਨੌਵੇਂ ਗੁਰੂ ਨਾਨਕ ਸਾਹਿਬ ਗੁਰੂ ਤੇਗ ਬਹਾਦਰ ਦੀਆਂ ਹਿੰਦੁਸਤਾਨ ਦੀ ਪੱਤ ਇੱਜ਼ਤ, ਗਜਨੀ ਦੇ ਬਾਜ਼ਾਰਾਂ ਵਿੱਚ ਰੁਲਦੀ ਨੂੰ ਔਰ ਰੰਗੇ ਦੀ ਜੁੱਤੀ ਥੱਲੇ ਰੁਲਦੀ ਇੱਜ਼ਤ ਨੂੰ ਬਹਾਲ ਕੀਤਾ ਹੈ। ਪਰਉਪਕਾਰ ਹਿਤ ਸੱਚੇ ਪਾਤਸ਼ਾਹ ਮਹਾਰਾਜ ਨੇ ਸੀਸ ਦਾ ਬਲੀਦਾਨ ਦਿੱਤਾ। ਗੁਰੂ ਤੇਗ ਬਹਾਦਰ ਗਰੀਬ ਨਵਾਜ ਨੇ ਅਜੋਕੇ ਸਮੇਂ ਵਿੱਚ ਖਾਲਸਾ ਜੀ
ਅਕਸਰ ਹੀ ਆਪ ਜੀ ਸੁਣਨ ਨੂੰ ਮਿਲਦਾ ਹੈ। ਇਹ ਗਿਲਾ ਕੀਤਾ ਜਾਂਦਾ ਹਿੰਦੂਆਂ ਵੱਲੋਂ ਵੀ ਆਖੇ ਜੀ ਜੇ ਕੋਈ ਹਿੰਦੂ ਗੁਰਦੁਆਰੇ ਜਾਵੇ ਤੇ ਸਿੱਖ ਬੜੇ ਖੁਸ਼ ਹੁੰਦੇ ਆ, ਤੇ ਜੇ ਕੋਈ ਸਿੱਖ ਮੰਦਿਰ ਜਾਂਦਾ ਹੈ ਤੇ ਆਖੇ ਫਿਰ ਸਿੱਖ ਰੌਲਾ ਪਾਉਂਦੇ ਆ ਵੀ ਆਖੇ ਜੀ ਇਹ ਮੰਦਿਰ ਵਿੱਚ ਕਿਉਂ ਸਿੱਖ ਜਾਂਦੇ ਆ, ਵੀ ਜਦੋਂ ਸਾਨੂੰ ਤਕਲੀਫ ਨਹੀਂ ਗੁਰੂ ਘਰ ਜਾਣ ਲੱਗਿਆਂ ਤੇ ਸਿੱਖ ਫਿਰ ਕਿਉਂ ਪਿੱਟਦੇ ਆ ਜਦੋਂ ਸਿੱਖ ਕੋਈ ਮੰਦਿਰ ਵਿੱਚ ਜਾਂਦਾ ਹੈ। ਸਾਧ ਸੰਗਤ ਜੀ, ਪਹਿਲੀ ਗੱਲ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਇੱਕ ਵਿਧਾਨ ਹੈ, ਉਹ ਇਹ ਹੈ ਕਿ ਮਹਾਰਾਜ ਦਾ ਪ੍ਰਤੱਖ ਬਚਨ ਹੈ ਵੀ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਏਲੇ ਜਾਰੇ ਓਏਲੇ ਗਾਡੇ ਤੇਰੀ ਗਤ ਦੂਹ ਨਾ ਪਾਈ। ਫਿਰ ਮਹਾਰਾਜ ਕਹਿੰਦੇ ਆ ਕੋ ਬੁਤਾਨ ਕੋ ਪੂਜਤ ਹੈ ਬਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਦਸਮ ਦੀ ਬਾਣੀ ਹੈ। ਇਸ ਤੋਂ ਇਲਾਵਾ ਖਾਲਸਾ ਜੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਜੋ ਪਾਥਰ ਕੀ ਪਾਈ ਪਾਏ ਤਿਨ ਕੀ ਘਾਲ ਅਜਾਈ ਜਾਏ, ਜੋ ਪਾਤਰ ਕੋ ਕਹਤੇ ਦੇਵ ਤਿਨ ਕੀ ਨਿਫਲ ਹੋਵੈ ਸੇਵ। ਤੋ ਮਹਾਰਾਜ ਦੇ ਉਹ ਆਪ ਡੁੱਬੇ ਤੁਮ ਕਹਾਂ ਤਰਨਹਾਰ। ਸਤਿਗੁਰਾਂ ਨੇ ਪੱਥਰ ਦੇ ਪੈਰੀਂ ਪੈਣ ਤੋਂ ਵਰਜਿਤ ਕੀਤਾ ਸਿੱਖਾਂ ਨੂੰ। ਤਾਂ ਸਾਧ ਸੰਗਤ ਦੀ ਮੂਰਤੀ ਦੀ ਪੂਜਾ ਨਹੀਂ ਸਿੱਖ ਕਰਦਾ, ਨਾ ਮੂਰਤੀ ਨੂੰ ਕਦੇ ਮੱਥੇ ਟੇਕਦਾ ਹੈ। ਇਹ ਤਾਂ ਜਵਾਬ ਇਹ ਹੈ ਵੀ ਕਿਉਂ ਨਹੀਂ ਸਿੱਖ ਜਾਂਦੇ ਹੈ ਮੰਦਿਰ ਦੇ ਅੰਦਰ। ਤੋ ਫਿਰ ਦੂਜਾ ਇਹ ਜਿਹੜਾ ਗਿਲਾ ਹੁੰਦਾ ਹੈ ਵੀ ਜਦੋਂ ਹਿੰਦੂ ਜਾਂਦੇ ਆ ਗੁਰਦੁਆਰੇ ਦੇ ਅੰਦਰ ਤੇ ਸਿੱਖ ਚਾਹ ਮਨਾਉਂਦੇ ਆ। ਹਿੰਦੁਸਤਾਨ ਦਾ ਖਾਲਸਾ ਜੀ ਕੀ ਸਾਰੇ ਵਿਸ਼ਵ ਦਾ ਹਰੇਕ ਹਿੰਦੂ 7 ਕਰੋੜ ਸਰੀਰ ਤੇ ਰੋਮ ਲਗਭਗ ਮੰਨੇ ਹੈ। 7 ਕਰੋੜ ਵਾਰ ਆਪਣਾ ਸਿਰ, ਜਿੰਨੇ ਸਰੀਰ ਤੇ ਰੋਮ ਹੈ ਆਪਣਾ ਸਿਰ ਆਏ ਜਨਮ 7 ਕਰੋੜ ਮਨੁੱਖਾ ਜਾਮਾ ਧਾਰ ਕੇ ਹਰ ਵਾਰੀ ਆਪਦਾ ਸਿਰ ਵੱਢ ਵੱਢ ਕੇ ਗੁਰੂ ਤੇਗ ਬਹਾਦਰ ਦੇ ਚਰਨਾਂ 'ਚ ਰੱਖੇ। ਹਿੰਦੁਸਤਾਨ ਦਾ ਹਿੰਦੂ ਗੁਰੂ ਤੇਗ ਬਹਾਦਰ ਦਾ ਆਸਾਨ ਨਹੀਂ ਜਨਾ ਪੂਰਾ ਕਰ ਸਕਦਾ ਹੈ। ਕਿਉਂ? ਕਿਉਂਕਿ ਖਾਲਸਾ ਜੀ ਨਾ ਕਹੋ ਅਬ ਕੀ ਨਾ ਕਹੋ ਤਬ ਕੀ, ਅਗਰ ਨਾ ਹੋਤੇ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾ ਹੁੰਦੇ ਤੇ ਅੱਜ ਕਿੱਥੇ ਟਲ ਖੜਕਨੇ ਸੀਗੇ। ਸ਼ਿਵ ਦੁਆਲੇ ਢਾਹ ਢਾਹ ਕੇ ਉੱਥੇ ਮਸੀਤਾਂ ਬਣਾ ਦਿੱਤੀਆਂ ਜਾ ਰਹੀਆਂ ਸਨਗੀਆਂ, ਜਿਨ੍ਹਾਂ ਸਮਿਆਂ ਵਿੱਚ ਗੁਰੂ ਤੇਗ ਬਹਾਦਰ ਜੀਆਂ ਸੀਸ ਦਿੱਤਾ ਹੈ। ਇਹ ਜਵਾਬ ਹੈ ਉਹਨਾਂ ਨੂੰ ਜਿਹੜੇ ਕਹਿੰਦੇ ਕਿ ਜਦੋਂ ਹਿੰਦੂ ਗੁਰਦੁਆਰੇ ਜਾਂਦਾ ਤੇ ਚਾਅ ਮਨਾਏ ਜਾਂਦੇ ਆ ਤੇ ਸਿੱਖ ਮੰਦਿਰ ਵਿੱਚ ਜਾਵੇ ਤੇ ਰੌਲਾ ਪੈਂਦਾ। ਸਾਡਾ ਖਾਲਸਾ ਜੀ ਇੱਕ ਬਕਾਇਦਾ ਵਿਧਾਨ ਹੈ ਵੀ ਅਸੀਂ ਬੁੱਤ ਪੂਜ ਹੋ ਨਾ ਹੈ। ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਬਚਨ ਹੈ ਦਸਮ ਗ੍ਰੰਥ ਦਾ ਵੀ ਅਸੀਂ ਬੁੱਤ ਪੂਜਣ ਵਾਲੇ ਨਹੀਂ। ਤੋ ਆਦਿ ਮਹਾਰਾਜ ਵਿੱਚ ਵੀ ਆਪਾਂ ਪ੍ਰਤੱਖ ਭਗਤਾਂ ਦੀ ਬਾਣੀ ਅੰਦਰ ਜਾਂ ਸਤਿਗੁਰਾਂ ਦੀ ਬਾਣੀ ਅੰਦਰ ਜਿਹੜਾ ਹੈ ਹਰ ਬਿਨ ਹੋਰ ਨਾ ਪੂਜਾ ਮੜੈ ਮਸਾਨ ਨਾ ਜਾਈ, ਐਸੇ ਬਚਨ ਪੜ੍ਹੇ ਹੋਏ ਹੈ। ਤੋ ਇਹ ਇਸ ਤਰ੍ਹਾਂ ਜਾਣਨਾ ਹੈ ਕਿ ਹਿੰਦੁਸਤਾਨ ਹਿੰਦੀਆਂ ਉੱਪਰ ਗੁਰੂ ਤੇਗ ਬਹਾਦਰ ਮਹਾਰਾਜ ਦਾ ਭਾਰੀ ਪਰਉਪਕਾਰ ਹੈ। ਇਹਨਾਂ ਨੂੰ ਚਾਹੀਦਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਪਰਸਣ ਤੇ ਇਹ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦਾ ਸਾਰੀ ਉਮਰ ਸ਼ੁਕਰਾਨਾ ਕਰੇ ਹਿੰਦੁਸਤਾਨ ਕਿ ਮਹਾਰਾਜ ਤੇਰੇ ਕਰਕੇ ਹਿੰਦੁਸਤਾਨ ਦੇ ਝੰਡੇ ਝੂਲਦੇ ਹੈ ਤੇ ਜਿਹੜੀ ਥੋੜੀ ਬਹੁਤੀ ਅਜਮਤ ਬਚੀ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੀ ਦਇਆ ਸਦਕਾ ਹੈ। ਕਬਿਤ ਆਦ ਤਿਮਰ ਲੰਗ ਤੇ ਅਨੇਕ ਪਾਤਸ਼ਾਹ ਪਏ। ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਤਾਂ ਮਹਿਮਾ ਮੰਗਲ ਕਰਦੇ ਕਵੀ ਜੀ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਐਸੇ ਦਇਆ ਕਿਰਪਾ ਖਜ਼ਾਨੇ ਹੋਏ ਹੈ। ਉਹ ਮਹਾਰਾਜ ਦੀ ਮਹਿਮਾ ਹੁਣ ਕਵੀ ਜੀ ਉਹ ਕਰਦੇ ਆ, ਕਹਿੰਦੇ ਵੇਖੋ ਪਹਿਲਾਂ ਜਿਹੜੇ ਇਹ ਬਾਬਰ ਕੇ ਹੈ ਨਾ ਜਾਂ ਔਰੰਗੇ ਕੇ, ਇਹਨਾਂ ਦਾ ਵੱਡਾ ਬਾਦਸ਼ਾਹ ਤੈਮੂਰ ਹੋਇਆ ਹੈ ਇੱਕ, ਤੇ ਨਾਨਕ ਪ੍ਰਕਾਸ਼ ਵਿੱਚ ਖਾਲਸਾ ਜੀ ਦਾ ਪ੍ਰਸੰਗ ਨਹੀਂ ਮਿਲਦਾ। ਸ਼੍ਰੀ ਗੁਰਬਿਲਾਸ ਵਿੱਚ ਇਹਦਾ ਜਿਹੜਾ ਇਹ ਪ੍ਰਸੰਗ ਆਉਂਦਾ ਹੈ ਉੱਥੇ ਇਹਦਾ ਜ਼ਿਕਰ ਹੈ, ਉਹਨਾਂ ਕਵੀਆਂ ਨੇ ਕੀਤਾ ਹੈ। ਇਹਨੂੰ ਤਿਮਰ ਲੰਗ ਕਹਿੰਦੇ ਸੀਗੇ ਤੈਮੂਰ ਨੂੰ, ਉਹ ਲੰਗੜਾ ਸੀਗਾ ਤੈਮੂਰ। ਤੇ ਇਉਂ ਉਹ ਸਾਖੀ ਹੈ ਕਿ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਬਾਬਰ ਦਾ ਜਿਹੜਾ ਬਾਪ ਸੀ ਨਾ ਇਹ ਤੈਮੂਰ, ਇਹ ਆਜੜੀ ਸਨਗੇ ਭੇਡਾਂ ਚਾਰਦਾ ਹੁੰਦਾ ਸੀਗਾ। ਬਾਬਰ ਵੀ ਚਾਰਦਾ ਸੀ, ਇਹਨਾਂ ਦੇ ਇਹ ਸਾਰੇ ਭੇਡਾਂ ਚਾਰਨੇ ਸਨਗੇ। ਤੇ ਜਿਹੜਾ ਤੈਮੂਰ ਸੀ ਇਹ ਭੇਡਾਂ ਚਾਰਦਾ ਸੀਗਾ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਇੱਧਰ ਗਏ ਨਾ ਖਾਲਸਾ ਜੀ ਅਰਬ ਦੇਸਾਂ ਨੂੰ, ਉਦੋਂ ਤੈਮੂਰ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੀਗਾ ਭੇਡਾਂ ਚਾਰਦਾ ਹੋਇਆ। ਤੇ ਮਹਾਰਾਜ ਨੂੰ ਇਹਨੇ ਦੁੱਧ ਪਿਆਇਆ ਸੀ, ਸੇਵਾ ਕੀਤੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਦੇ ਵੀ ਕੀ ਇੱਛਾ ਲੈ ਕੇ ਆਇਆ, ਸੇਵਾ ਕਰਦਾ? ਕਹਿੰਦਾ ਮਹਾਰਾਜ ਸਾਰੀ ਉਮਰ ਭੇਡਾਂ ਚਾਰਦਿਆਂ ਲੰਘ ਗਈ, ਕੋਈ ਸਾਨੂੰ ਵੀ ਰਾਜ ਭਾਗ ਬਖਸ਼ੋ, ਅਸੀਂ ਵੀ ਕਿਤੇ ਬਹਿ ਕੇ ਖਾ ਲਈਏ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਫਿਰ ਹੱਸ ਕੇ ਕਿਹਾ ਸੀ ਚੰਗਾ ਜ਼ਰੂਰ, ਕਿਰਪਾ ਅਕਾਲ ਪੁਰਖ ਨੇ ਰਾਜ ਦੇਣਾ ਤੇ ਜੇ ਮਨ 'ਚ ਇੱਛਾ ਲੈ ਕੇ ਆਇਆ ਤੇ ਰਾਜ ਵੀ ਮਿਲ ਜਾਵੇਗਾ। ਮਹਾਰਾਜ ਨੇ ਫਿਰ ਉਹਦੇ ਵਿਧੀ ਦੱਸੀ ਵੀ ਤੂੰ ਨਗਰ ਛੱਡ ਜਾਣਾ ਤੇ ਬਾਰ-ਬਾਰ ਭੇਡਾਂ
ਦਾ ਕਾਰੋਬਾਰ ਵਧਾਉਣ ਵਾਸਤੇ ਕਾਫੀ ਭੇਡਾਂ ਆਦਿਕ ਰੱਖ ਕੇ ਨਾ ਤੇ ਸਮਾਂ ਆਵੇਗਾ ਤੈਨੂੰ ਇਹ ਬਖਸ਼ਣਗੇ ਅਕਾਲ ਪੁਰਖ ਪਰਮੇਸ਼ਰ ਰਾਜ। ਇਹ ਸਾਧ ਸੰਗਤ ਜੀ ਫਿਰ ਸਮਾਂ ਆਇਆ, ਕਾਫੀ ਅਮੀਰ ਹੋ ਗਿਆ ਸੀਗਾ ਇਹ ਤੈਮੂਰ, ਚੰਗਾ ਰਸੂਖ ਬਣ ਗਿਆ, ਰਾਜਾ ਤਾਂ ਨਾਮ ਬਣਿਆ ਅਜੇ, ਪਰ ਕਾਫੀ ਪਿੰਡਾਂ ਵਿੱਚ ਚੌਧਰ ਬਣ ਗਈ ਇਹਦੀ। ਇੱਕ ਵਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਏ ਤੇ ਉੱਠਿਆ ਨਾ, ਲੱਤ ਢਾਸ ਗੋਡੇ ਤੇ ਲੱਤ ਰੱਖ ਕੇ ਨਾ ਜਿਵੇਂ ਪੈ ਜਾਈਦਾ ਐ ਪਿਆ ਹੋਇਆ, ਤੇ ਮਹਾਰਾਜ ਜਿਹੜੇ ਪਾਸੇ ਬੈਠੇ ਉਧਰ ਨੂੰ ਲੱਤਾਂ ਕਰਕੇ ਬੈਠਾ ਹੋਇਆ। ਭਾਈ ਬਾਲਾ ਜੀ ਉੱਠੇ ਤੇ ਛੜੀ ਜਿਹੜੀ ਸੀ ਹੱਥ ਵਿੱਚ ਡਾਂਗ ਕੱਢ ਮਾਰੀ ਲੱਤ ਤੇ, ਕਹਿੰਦੇ ਉਹ ਲੰਗੜਿਆ ਪਹਿਲਾਂ ਮੰਗਣ ਵਾਰੀ ਤਾਂ ਬੜਾ ਮਹਾਰਾਜ ਦੇ ਤਰਲੇ ਕਰਦਾ ਸੀ, ਹੁਣ ਅਜੇ 4 ਪਿੰਡਾਂ ਦਾ ਰਾਜ ਮਿਲਿਆ ਤੇ ਹੁਣ ਲੱਤਾਂ ਵਿਖਾਉਣਾ। ਉਹ ਬਚਨ ਹੋਇਆ ਭਾਈ ਬਾਲਾ ਜੀ ਦਾ, ਤੇ ਤਦੇ ਹੀ ਖਾਲਸਾ ਜੀ ਲੰਗ ਮਾਰਨਾ ਆਰੰਭ ਹੋ ਗਿਆ ਸੀ। ਤੈਮੂਰ ਬਾਦਸ਼ਾਹ ਜਾ ਕੇ ਫਿਰ ਮਹਾਰਾਜ ਦੇ ਚਰਨੀ ਡਿੱਗਾ, ਮਹਾਰਾਜ ਭੁੱਲ ਹੋ ਗਈ, ਪਰ ਇਹਨੂੰ ਐ ਨਹੀਂ ਸੀ ਬਚਨ ਕਹਿਣਾ ਚਾਹੀਦਾ, ਤੋ ਇਹ ਕਿਰਪਾ ਕਰੋ ਮਹਾਰਾਜ ਲੰਘ ਠੀਕ ਹੋਵੇ। ਤੋ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਇਹ ਸਾਡਾ ਨਹੀਂ, ਇਹ ਤਾਂ ਹੁਣ ਮੇਰੀ ਬਾਂਦੀ ਭਗਤ ਛੁਟਾਵੇ, ਬਾਂਧੈ ਭਗਤ ਨਾ ਛੂਟੈ ਮੋਹੇ। ਅਸੀਂ ਬਚਨ ਕਰਦੇ ਤੇ ਵਾਪਸ ਸਿੱਖ ਮੜਾ ਦਿੰਦਾ, ਪਰ ਸਿੱਖ ਦਾ ਬਚਨ ਨਹੀਂ ਅਸੀਂ ਟਾਲ ਸਕਦੇ। ਤੋ ਸਾਧ ਸੰਗਤ ਜੀ ਤਾਂ ਕਰਕੇ ਇੱਥੇ ਕਵੀ ਸੰਤੋਖ ਸਿੰਘ ਜੀਆਂ ਤੈਮੂਰ ਬਾਦਸ਼ਾਹ ਨੂੰ ਤਿਮਰ ਲੰਗ ਲਿਖਿਆ ਹੈ ਵੀ ਤਿਮਰ ਨਾਮ ਤੈਮੂਰ ਦਾ ਹੈ, ਲੰਗ ਨਾਮ ਲੰਗੜੇ ਦਾ ਹੈ। ਇਹ ਲੰਗੜਾ ਸੀਗਾ, ਇਹਦੇ ਘਰ ਫਿਰ ਅੱਗੇ ਬਾਬਰ ਪੈਦਾ ਹੋਇਆ। ਇਹ ਬੱਕਰੀਆਂ ਚਾਰਦੇ ਭੇਡਾਂ ਚਾਰਦੇ ਸਨਗੇ। ਜਦੋਂ ਏਮਨਾਬਾਦ ਇਹ ਬਾਬਰ ਡਾਕੂਆਂ ਲਟੇਰਿਆਂ ਨਾਲ ਰਲ ਕੇ ਏਮਨਾਬਾਦ ਨੂੰ ਧਾਵਾ ਕੀਤਾ ਰਹੇ ਨੇ, ਉਦੋਂ ਗੁਰੂ ਨਾਨਕ ਸਾਹਿਬ ਜੀ ਏਮਨਾਬਾਦ ਭਾਈ ਲਾਲੋ ਖੱਤਰੀ ਦੇ ਘਰ ਸਨਗੇ। ਸੱਚੇ ਪਾਤਸ਼ਾਹ ਨੂੰ 1100 ਕੈਦੀਆਂ ਸਮੇਤ ਮਹਾਰਾਜ ਵੀ ਗ੍ਰਿਫਤਾਰ ਕਰ ਲਏ ਸਨਗੇ। ਸਤਿਗੁਰੂ ਮਹਾਰਾਜ ਉਦੋਂ ਪਹਿਲਿਆਂ ਸਮਿਆਂ 'ਚ ਚੱਕੀ ਭਿਆਉਂਦੇ ਹੁੰਦੇ ਸੀਗੇ ਫੌਜ ਦੇ ਰਾਸ਼ਨ ਵਾਸਤੇ, 1100 ਚੱਕੀ ਲਿਆ ਰੱਖੀ। ਜਦੋਂ ਫੇਰਨ ਦੀ ਵਾਰੀ ਆਈ, ਮਹਾਰਾਜ ਚੌਂਕੜਾ ਲਾ ਸਭ ਸੰਗਤ ਨੂੰ ਕਹਿੰਦੇ ਵਾਹਿਗੁਰੂ 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 ਸਿਮਰਨ ਕਰੋ। ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਨਾਲ ਖਾਲਸਾ ਜੀ 1100 ਚੱਕੀ ਉਹਨਾਂ ਤੰਬੂਆਂ 'ਚ ਚੱਲੀ। ਬਾਬਰ ਵੇਖਣ ਵਾਸਤੇ ਆਇਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹਨੇ 7 ਖਾਲਸਾ ਜੀ ਭੰਗ ਦੀਆਂ ਮੁੱਠਾਂ ਭੇਟ ਕੀਤੀਆਂ, ਕਿਉਂਕਿ ਸੂਫੀ ਸੰਤ ਸੀ ਜਿਹੜੇ ਇੱਧਰ ਦੇ ਮੁਲਤਾਨ ਦੇ, ਉਹ ਭੰਗ ਪੀਂਦੇ ਹੁੰਦੇ ਸਨ, ਤੇ ਬਾਬਰ ਨੂੰ ਭੁਲੇਖਾ ਸੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਉਹ ਸੂਫੀ ਸੰਤ ਹਨਗੇ। ਫਿਰ ਮਹਾਰਾਜ ਨੇ ਸ਼ਬਦ ਉਚਾਰਿਆ, ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ ਹੋ ਦੇਵਾਨਾ ਭਇਆ ਅਤੀਤ, ਵੀ ਅਸੀਂ ਬਾਬਰ ਭੰਗ ਪੀਣ ਵਾਲੇ ਸੂਫੀ ਨਹੀਂ ਹਾਂ, ਸਾਡਾ ਭਾਉ ਤੇਰਾ ਭਾਂਗ ਜਿਹੜਾ ਪਰਮੇਸ਼ਰ ਦਾ ਭਾਉ ਪ੍ਰੇਮ ਹੈ ਉਹ ਸਾਡੀ ਭੰਗ ਹੈ। ਖਲੜੀ ਮੇਰਾ ਚੀਤ ਜਿਹੜਾ ਸਾਡਾ ਚਿੱਤ ਹੈ ਖਲੜੀ ਆ ਜਿਹਦੇ ਵਿੱਚ ਭੰਗ ਪਾਉਂਦੇ ਹਉ ਦੇਵਾਨਾ ਭਇਆ ਅਤੀਤ, ਅਸੀਂ ਅਤੀਤ ਕਹੀਏ, ਤ੍ਰੈ ਗੁਣ ਅਤੀਤ ਹੋ ਕਰਕੇ ਪਰਮੇਸ਼ਰ ਦੇ ਦੀਵਾਨੇ ਕਹੀਏ, ਬਾਵਰੇ ਹੋਏ ਉਹਦੇ ਪ੍ਰੇਮ ਦੇ ਅੰਦਰ। ਜਿਵੇਂ ਭੰਗ ਪੀ ਕੇ ਕੋਈ ਬੌਰਾ ਹੋ ਜਾਂਦਾ ਹੈ, ਅਸੀਂ ਪਰਮੇਸ਼ਰ ਦੇ ਪ੍ਰੇਮ ਰੂਪੀ ਭੰਗ ਪੀ ਕਰਕੇ ਬੌਰੇ ਹੋਏ ਹਾਂ। ਮਰਨੇ ਬਚਨ ਕਹੇ ਸਨ ਖਾਲਸਾ ਜੀ, ਪਰ ਆਖਿਆ ਤੇਰੀ ਭੇਟਾ ਪ੍ਰਵਾਨ ਹੈ, ਜਾਂ ਤੈਨੂੰ 7 ਕੁਲਾਂ ਦਾ ਰਾਜ ਦੇਵਾਂਗੇ। ਫਿਰ 7 ਕੁਲ ਬਣਦੀਆਂ ਤੈਮੂਰ ਤੋਂ ਲੈ ਕੇ ਤੇ ਬਹਾਦਰ ਸ਼ਾਹ 10ਵੇਂ ਪਾਤਸ਼ਾਹ ਦੇ ਸਮੇਂ ਰੰਗੇ ਦਾ ਪੁੱਤਰ ਹੋਇਆ। ਤੇ ਫਿਰ ਆਖਿਆ ਮਹਾਰਾਜ 7 ਕੁਲਾਂ ਤੇ ਰਾਜ ਕਦੋਂ ਜਾਵੇਗਾ, ਗਾਂ ਨਹੀਂ ਮਿਲੇਗਾ। ਮਹਾਰਾਜ ਕਹਿੰਦੇ ਰਾਜ ਖੋਇਆ ਜਾਵੇਗਾ। ਬਾਬਰ ਕਹਿੰਦਾ ਪਾਤਸ਼ਾਹ ਰਾਜ ਖੋਏਗਾ ਕੌਣ? ਗੁਰੂ ਨਾਨਕ ਸਾਹਿਬ ਕਹਿੰਦੇ ਜਿਨ੍ਹਾਂ ਦਿੱਤਾ ਹੈ ਅਸੀਂ ਸਿਰ ਦੇ ਕੇ ਰਾਜ ਖੋਵਾਂਗੇ। ਉਹ 9ਵੇਂ ਜਾਮੇ 'ਚ ਗੁਰੂ ਤੇਗ ਬਹਾਦਰ ਦੀਆਂ ਸੀਸ ਦੇ ਕੇ ਖਾਲਸਾ ਜੀ ਬਾਬਰ ਨੂੰ ਦਿੱਤਾ ਗੁਰੂ ਨਾਨਕ ਸਾਹਿਬ ਨੇ ਰਾਜ, ਤੇ 9ਵੇਂ ਨਾਨਕ ਨੇ, ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਤਾਂ ਜਮਾਂ ਹੀ ਨਾਸ਼ ਕਰ ਦਿੱਤਾ ਸੀਗਾ ਖਾਲਸਾ ਪੰਥ ਪੈਦਾ ਕਰਕੇ। ਉਹ ਸਾਰੇ ਦਾ ਜ਼ਿਕਰ ਕਵੀ ਜੀ ਕਰਦੇ। ਤਿਮਰ ਲੰਗ ਤੇ ਆਦ ਭਾਵ ਤਿਮਰ ਲੰਗ ਤੈਮੂਰ ਤੋਂ ਆਦ ਜਿੰਨੇ ਵੀ ਬਾਦਸ਼ਾਹਾਂ ਦੇ, ਤਿਮਰ ਲੰਗ ਤੈਮੂਰ ਦਾ ਪੁੱਤਰ ਬਾਬਰ, ਬਾਬਰ ਦਾ ਪੁੱਤਰ ਅਕਬਰ, ਅਕਬਰ ਦਾ ਪੁੱਤਰ ਜਹਾਂਗੀਰ, ਜਹਾਂਗੀਰ ਦਾ ਪੁੱਤਰ ਸ਼ਾਹਜਹਾਂ, ਸ਼ਾਹਜਹਾਂ ਦਾ ਪੁੱਤਰ ਔਰੰਗਾ, ਔਰੰਗੇ ਦਾ ਪੁੱਤਰ ਬਹਾਦਰ ਸ਼ਾਹ। ਇਹ ਜਿੰਨੇ ਵੀ ਅੱਗੇ ਦੀ ਅੱਗੇ ਇਹ ਤੈਮੂਰ ਦਾ ਲਾਣਾ ਜਾਂ ਬਾਬਰ ਕੇ ਜਿੰਨੇ ਹੋਏ ਹੈ, ਇਹਨਾਂ ਸਾਰਿਆਂ ਨੂੰ ਰਾਜ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ। ਅਨੇਕ ਪਾਤਸ਼ਾਹ ਪਏ, ਕਹਿੰਦੇ ਇਹਨਾਂ ਤੋਂ ਬਿਨਾਂ ਭਾਵ ਤੈਮੂਰ ਦੀ ਅੰਸ਼ ਬੰਸ ਵਿੱਚ ਬਥੇਰੇ ਬਾਦਸ਼ਾਹ ਹੋਏ ਅੱਗੇ, ਬਾਬਰ ਵਰਗੇ, ਰੰਗੇ ਵਰਗੇ, ਬਹਾਦਰ ਸ਼ਾਹ ਵਰਗੇ। ਖੇਤੀ ਕੁੱਲ ਬੀਤ ਗਈ ਅਮਲ ਚਲਾਏ ਕੇ, ਕਹਿੰਦੇ ਕਿੰਨੀਆਂ ਹੀ ਕੁੱਲਾਂ ਬੀਤ ਗਈਆਂ ਸੀ ਇਹਨਾਂ ਦੀਆਂ ਹੁਕਮ ਚਲਾ ਚਲਾ ਕੇ। ਭਾਵ ਤੈਮੂਰ ਤੋਂ ਲੈ ਕੇ ਤੇ ਬਹਾਦਰ ਸ਼ਾਹ ਤੱਕ ਇਹਨਾਂ ਬਾਬਰਕਿਆਂ ਦਾ ਹੁਕਮ ਚੱਲਦਾ ਰਿਹਾ। ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਦੀ ਬੜੀ ਕਿਰਪਾ ਹੋਈ ਸੀ। ਦੇਸ਼ ਤੇ ਵਿਦੇਸ਼ ਚਾਰੋਂ ਚੱਕ ਸਭ ਨਿਵੇ ਆਏ, ਕਹਿੰਦੇ ਵੇਖੋ ਬਾਬਰਕਿਆਂ ਦੇ ਅੱਗੇ ਦੇਸ਼ ਵਿਦੇਸ਼ ਭਾਵ ਹਿੰਦੁਸਤਾਨ ਤੋਂ ਬਿਨਾਂ ਬਾਹਰਲੇ ਦੇਸ਼ ਤੇ ਚਾਰੇ ਚੱਕ, ਚਾਰੇ ਹੀ ਦਿਸ਼ਾਵਾਂ
ਆਣ ਕੇ ਨਿਭਦੇ ਸੀਗੇ। ਕਿਸੇ ਦੀ ਜ਼ਰੂਰਤ ਨਹੀਂ ਸੀ ਪੈਂਦੀ ਵੀ ਬਾਬਰ ਕਿਆਂ ਦੇ ਅੱਗੇ ਬੋਲ ਜਾਵੇ। ਐਡਾ ਵੱਡਾ ਰਾਜ ਭਾਗ ਇਹਨਾਂ ਨੂੰ ਪ੍ਰਾਪਤ ਹੋਇਆ। 4 ਦੇ ਤਾਂ ਭੇਡਾਂ ਹੀ ਸਨ ਨਾ, ਪਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਐਡਾ ਵੱਡਾ ਰਾਜ ਪ੍ਰਾਪਤ ਹੋਇਆ। ਇਹਨਾਂ ਦੇ ਅੱਗੇ 4 ਦਿਸ਼ਾਵਾਂ ਦੇ ਵਿੱਚੋਂ ਕੋਈ ਕੁਸਕਦਾ ਨਹੀਂ ਸੀਗਾ, ਸਾਰੇ ਇਹਨਾਂ ਦੇ ਅੱਗੇ ਸਿਰ ਝੁਕਾਉਂਦੇ ਸਨ। ਕਹੂ ਨਾਮ ਵਾਸੀ ਪਟ ਦੀਏ ਵਿੱਚ ਲਾਏ ਕੇ। ਕਹਿੰਦੇ ਕੋਈ ਨਹੀਂ ਇਹਨਾਂ ਦੇ ਮਵਾਸੀ ਨਾਮ ਹੁੰਦਾ ਖਾਲਸਾ ਜੀ ਆਕੀ ਦਾ। ਕਹਿੰਦੇ ਕੋਈ ਬਗਾਵਤੀ ਸੂਰਮਾ ਨਹੀਂ ਰਹਿ ਗਿਆ ਸੀ ਇਹਨਾਂ ਦੇ ਅੱਗੇ, ਸਾਰੇ ਇਹਨਾਂ ਨੇ ਕੁਚਲ ਕੇ ਰੱਖ ਦਿੱਤੇ ਸਨ। ਤਨ ਗਨ ਸੈਨ ਕੋਸ਼ ਦੀਰਘ ਦੁਰਗ ਭਾਰੀ। ਜਿਨ੍ਹਾਂ ਬਾਬਰ ਕਿਆਂ ਦੀ ਅਣਗਿਣਤ ਫੌਜ ਸੀਗੀ, 36 ਲੱਖ ਫੌਜ ਸ਼ਾਹਜਹਾਨ ਦੀ ਸੀ ਖਾਲਸਾ ਜੀ। ਤੇ ਕੋਸ਼ ਦੀਰਘ ਨਾਮ ਵੱਡੇ ਭਾਰੀ ਦਾ, ਕੋਸ਼ ਨਾਮ ਖਜ਼ਾਨੇ ਦਾ ਹੈ, ਜਿਨ੍ਹਾਂ ਦੇ ਘਰ ਵਿੱਚ ਬਹੁਤ ਵੱਡਾ ਖਜ਼ਾਨਾ ਤੇ ਲੱਖਾਂ ਦੀ ਗਿਣਤੀ 'ਚ ਫੌਜ ਸੀ। ਜਿਨ੍ਹਾਂ ਬਾਬਰ ਕਿਆਂ ਦੇ ਘਰ ਵਿੱਚ ਭਾਰੀ ਕਈ ਵੱਡੇ ਵੱਡੇ ਦੁਰਗ ਨਾਮ ਕਿਲੇ ਦਾ ਹੈ, ਵੱਡੇ ਵੱਡੇ ਕਿਲਿਆਂ ਵਿੱਚ ਰਹਿੰਦੇ ਸਨ। ਰਾਜ ਕੋ ਸਮਾਜ ਕੌਣ ਸਕੈ ਸੋ ਗਿਨਾਈ ਤੇ ਰਾਜ ਭਾਗ ਰਾਜ ਸਾਜ ਇੰਨਾ ਸੀ, ਹਾਥੀ ਘੋੜੇ ਖਜ਼ਾਨੇ ਸੋਨਾ ਚਾਂਦੀ ਇੰਨਾ ਕੁਝ ਸੀਗਾ ਔਰੰਗੇ ਕਿਆਂ ਦੇ ਕੋਲ। ਕਵੀ ਰਾਜ ਕਹਿੰਦੇ ਕੋਈ ਗਿਣ ਸਕਦਾ ਹੈ ਭਲਾ? ਕਿੱਡਾ ਵੱਡਾ ਰਾਜ ਸੀ ਬਾਬਰ ਕਿਆਂ ਦਾ, ਕੋਈ ਗਿਣ ਕੇ ਗਿਣਾ ਨਹੀਂ ਸਕਦਾ ਹੈ। ਸ੍ਰੀ ਗੋਬਿੰਦ ਸਿੰਘ ਕੇ ਸਰੂਪ ਪੰਥ ਖਾਲਸਾ ਕੋ। ਪਰ ਵੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਸਰੂਪ ਅੱਗੇ ਖਾਲਸਾ ਪੰਥ ਹੋਇਆ। ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਮੇਰੋ ਰੂਪ ਹੈ ਖਾਸ ਬਚਨ ਕਹੇ। ਆਪਦਾ ਸਰੂਪ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸਾ ਪੰਥ ਸਾਜਨਾ ਕੀਤਾ। ਕੌਣ ਜਾਣੇ ਦੇਂਗੇ ਪਾਤਸ਼ਾਹਤ ਖਪਾਏ ਕੇ। ਕਹਿੰਦੇ ਵੀ ਕੋਈ ਸੋਚ ਸਕਦਾ ਸੀ ਇਹ ਗੱਲ ਜਦੋਂ ਬਾਬਰ ਕੇ ਰਾਜ ਕਰਦੇ ਹੋਣਗੇ, ਜਦੋਂ ਔਰੰਗੇ ਦਾ ਰਾਜ ਹੋਊਗਾ, ਜਦੋਂ ਸ਼ਾਹਜਹਾਨ ਦਾ, ਜਹਾਂਗੀਰ ਦਾ, ਅਕਬਰ ਦਾ, ਬਾਬਰ ਦਾ, ਜਦੋਂ ਬਹਾਦਰ ਸ਼ਾਹ ਇਹਨਾਂ ਦਾ ਰਾਜ ਹੋਊਗਾ ਭਲਾ, ਜਿਨ੍ਹਾਂ ਕੋਲ ਲੱਖਾਂ ਫੌਜ ਤੇ ਅਣਗਿਣਤ ਖਜ਼ਾਨੇ ਸਨ। ਕੋਈ ਸੋਚ ਸਕਦਾ ਹੈ ਸੰਸਾਰ ਵਿੱਚ? ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਐਡੇ ਵੱਡੇ ਬਾਦਸ਼ਾਹ ਤੋਂ ਰਾਜ ਖੋਹ ਕੇ ਤੇ ਸਿੱਖਾਂ ਨੂੰ ਦੇ ਦੇਣਗੇ। ਕਦੀ ਕਿਸੇ ਨੇ ਸੋਚਿਆ ਨਹੀਂ ਹੋਵੇਗਾ। ਪਰ ਮਹਾਰਾਜ ਨੇ ਇਹਨਾਂ ਸਾਰਿਆਂ ਨੂੰ ਖਪਾ ਕੇ ਤੇ ਉਹ ਤੁਰਕਾਂ ਦਾ ਰਾਜ ਖਾਲਸੇ ਦੀ ਝੋਲੀ ਪਾ ਕੇ ਰੱਖ ਦਿੱਤਾ। ਬੜੀ ਮਹਿਮਾ ਧੰਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਨੇ 7 ਪੀੜ੍ਹੀਆਂ ਤੋਂ ਰਾਜ ਕਰਦੇ ਔਰੰਗੇ ਕਿਆਂ ਤੋਂ ਰਾਜ ਖੋਹ ਕੇ ਤੇ ਖਾਲਸਾ ਪੰਥ ਦੀ ਝੋਲੀ ਵਿੱਚ ਪਾਇਆ ਹੈ। ਦੋਹਰਾ ਸਤਿਗੁਰ ਦਸ ਪਾਤਸ਼ਾਹ ਕੀ। ਅੱਗੇ 10 ਪਾਤਸ਼ਾਹੀਆਂ ਦਾ ਇਕੱਠਾ ਮੰਗਲ ਕਵੀ ਜੀ ਕਰਦੇ ਆ। ਜਿਹੜੇ ਸੱਚੇ ਪਾਤਸ਼ਾਹ ਹਨ 10 ਪਾਤਸ਼ਾਹ, ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ। ਪਦ ਪੰਕਜ ਸੁਖ ਕੰਦ। ਇਹਨਾਂ ਸਾਰੀਆਂ ਪਾਤਸ਼ਾਹੀਆਂ ਦੇ ਚਰਨ ਕਮਲਾਂ ਤੇ ਸਾਡੀ ਨਮਸਕਾਰ ਹੈ, ਜਿਨ੍ਹਾਂ ਦੇ ਚਰਨ ਕਮਲ ਸੁਖਾਂ ਦਾ ਕੰਦ ਕਹੀਏ ਬੱਦਲ ਜਾਂ ਸੁਖਾਂ ਦਾ ਕੰਦ ਮੋਢਾ, ਸੁਖਾਂ ਦਾ ਕੰਦ ਕਹੀਏ ਗੰਦਲ ਹਨ। ਰਚੋ ਰਾਸ ਅਬ ਸਪਤਮੀ। ਹੁਣ ਕਵੀ ਜੀ ਕਹਿੰਦੇ ਅਸੀਂ 7ਵੀਂ ਰਾਸ 10 ਪਾਤਸ਼ਾਹੀ ਨੂੰ ਹ੍ਰਿਦੇ ਵਸਾ ਕੇ ਨਾ ਤੇ ਅਸੀਂ 7ਵੀਂ ਰਾਸ ਹੁਣ ਆਰੰਭ ਕਰਦੇ ਹਾਂ। ਕਰ ਬੰਧਨ ਕੋ ਬੰਦ। ਅਸੀਂ ਦੋਵੇਂ ਹੱਥ ਬੰਨ ਕਰਕੇ ਗੁਰੂ ਨਾਨਕ ਪਾਤਸ਼ਾਹ, ਧੰਨ ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਹਿਬ, ਸ੍ਰੀ ਗੁਰੂ ਹਰਿ ਰਾਏ, ਸ੍ਰੀ ਹਰਿਕ੍ਰਿਸ਼ਨ ਬਾਲਾ ਪ੍ਰੀਤਮ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਧੰਨ ਸਾਹਿਬ ਆਦਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਰੇ ਪਾਤਸ਼ਾਹਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਅੱਗੇ ਅਸੀਂ ਹੁਣ 7ਵੀਂ ਰਾਸ ਜਿਹੜੀ ਹੈ ਉਹ ਆਰੰਭ ਕਰਨ ਲੱਗੇ ਹਾਂ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕੀਤੀ। ਇੱਥੇ ਸਾਧ ਸੰਗਤ ਦੀ ਮੰਗਲਾਂ ਦੀ ਹੁਣ ਸਮਾਪਤੀ ਹੋਈ ਹੈ। 10 ਪਾਤਸ਼ਾਹੀਆਂ ਦੇ ਮੰਗਲ ਤੇ 10 ਪਾਤਸ਼ਾਹੀਆਂ ਦਾ ਇਕੱਠਾ ਮੰਗਲ ਇੱਥੇ ਸਮਾਪਤ ਹੁੰਦਾ ਹੈ। ਅੱਗੇ ਫਿਰ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਜਿਵੇਂ ਇੱਕ ਮੰਗਲ ਸਿੱਖ ਗੁਰਸਿੱਖਾਂ ਦਾ ਰਲਿਆ ਕਰਦੇ ਸੰਤਾਂ ਦੀ ਮਹਿਮਾ ਗਾਉਂਦੇ ਹਨ। ਦੋਹਰਾ ਗੁਰ ਸਿੱਖ ਸੰਤਨ ਨਮੋ ਕਰ। ਕਵੀ ਰਾਜ ਕਹਿੰਦੇ ਅਸੀਂ ਗੁਰੂ ਕੇ ਸਿੱਖ ਜਿਹੜੇ ਸੰਤ ਮਹਾਂਪੁਰਖ ਹੈ ਨਾਮ ਜਪਣ ਵਾਲੇ ਆ ਨਾ, ਉਹਨਾਂ ਸਿੱਖਾਂ ਦੇ ਚਰਨਾਂ ਤੇ ਮੱਥਾ ਟੇਕਦੇ। ਖਾਲਸਾ ਜੀ ਕਿੱਡੀ ਨਿਮਰਤਾ ਹੈ। ਪਹਿਲਾਂ ਅਕਾਲ ਪੁਰਖ ਦਾ ਮੰਗਲ ਕੀਤਾ, ਸੋਭਾ ਗਾਈ, ਫਿਰ ਬਾਣੀ ਨੂੰ ਮੱਥੇ ਟੇਕੇ, ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਤੀਕ ਮੰਗਲ ਕਰਕੇ ਐਡੇ ਮਹਾਨ ਵਿਦਵਾਨ ਪਿੱਛੋਂ ਖਾਲਸਾ ਜੀ ਸਿੱਖਾਂ ਦੇ ਚਰਨਾਂ 'ਚ ਮੱਥਾ ਟੇਕਦੇ ਆ। ਗੁਰਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀ ਗਤ ਪਾਹੇ। ਤੋ ਕਵੀ ਜੀ ਕਹਿੰਦੇ ਗੁਰੂ ਪਾਤਸ਼ਾਹ ਜੀ ਜਿਹੜੇ ਤੁਹਾਡੇ ਘਰ ਦੇ ਸਿੱਖ ਹੈ ਨਾ, ਜਿਹੜੇ ਨਾਮ ਜਪਦੇ ਆ, ਮਹਾਰਾਜ ਅਸੀਂ ਉਹਨਾਂ ਦੇ ਚਰਨਾਂ
ਚਰਨਾਂ ਤੇ ਮੱਥਾ ਟੇਕਦੇ ਆ। ਕਵੀ ਸੰਤੋਖ ਸਿੰਘ ਸਿੱਖਾਂ ਦੇ ਚਰਨੀ ਪੈਂਦਾ ਹੈ। ਸਭ ਕੈ ਚਰਨ ਮਨਾਈ। ਅਸੀਂ ਜਿੰਨੇ ਪੰਥ ਦੇ ਮਹਾਨ ਵਿਦਵਾਨ ਹੈ, ਸਿੱਖ ਹੈ, ਮਹਾਂਪੁਰਖ ਸੰਤ ਮਹੰਤ ਹਨ, ਉਹਨਾਂ ਸਾਰਿਆਂ ਦੇ ਚਰਨਾਂ ਨੂੰ ਪੂਜ ਕੇ ਚਰਨਾਂ ਨੂੰ ਮਨਾਉਣ ਤੋਂ ਬਾਅਦ ਉਚਰੋ ਸਤਿਗੁਰ ਸੁਜਸ ਕੋ। ਹੁਣ ਕਵੀ ਜੀ ਕਹਿੰਦੇ ਅਸੀਂ ਅੱਗੇ ਕਥਾ ਤੋਰਦੇ ਆਂ। ਸਾਰਿਆਂ ਪਾਤਸ਼ਾਹਾਂ ਦੇ ਤੇ ਗੁਰੂ ਕੇ ਸਿੱਖਾਂ ਦੇ ਚਰਨਾਂ ਨੂੰ ਮੱਥਾ ਟੇਕ ਕੇ ਅੱਗੇ ਗੁਰੂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਡਿਆਈ ਨੂੰ ਉਚਾਰਨਾ ਕਰਦੇ ਹਾਂ। ਮਨ ਬਾਛਤ ਫਲ ਦਾਈ। ਜਿਹੜੀ ਸਤਿਗੁਰਾਂ ਦੀ ਵਡਿਆਈ, ਜਿਹੜੀ ਕਥਾ ਸੁਣਨ ਵਾਲੇ ਗੁਰਮੁਖਾਂ ਨੂੰ ਮਨ ਇੱਛਤ ਫਲਾਂ ਦੀ ਦਾਏ ਦੇਣ ਵਾਲੀ ਹੈ, ਜਿਹੜੀ ਕਥਾ ਸਾਰੀਆਂ ਦਾਤਾਂ ਦੇਣ ਵਾਲੀ, ਗੁਰੂ ਕੀ ਸੋਭਾ ਸੁਣ ਕੇ ਜਿਨ੍ਹਾਂ ਨੂੰ ਸਾਰੀਆਂ ਦਾਤਾਂ ਸਿੱਖਾਂ ਨੂੰ ਜੋ ਪ੍ਰਾਪਤ ਹੁੰਦੀਆਂ ਕਥਾ ਤੋਂ, ਇਹੋ ਜੀ ਮਹਾਨ ਕਥਾ, ਸੁੰਦਰ ਕਥਾ, ਨਿਰਮਲ ਕਥਾ ਕਵੀ ਜੀ ਕਹਿੰਦੇ ਅਸੀਂ ਅੱਗੇ ਹੁਣ ਬਿਆਨ ਕਰਦੇ ਹਾਂ। ਤੇ ਸਰੋਤਾ ਜਨ ਜਿਹੜੇ ਹੈ ਉਹ ਅੰਮ੍ਰਿਤ ਰੂਪ ਕਥਾ ਨੂੰ ਕੰਨਾਂ ਰੂਪ ਡੋਨਿਆਂ ਦੇ ਨਾਲ ਸ਼ਰਵਣ ਰੂਪ ਘੁੱਟਾਂ ਭਰ ਕੇ ਤੇ ਬ੍ਰਹਮਾਨੰਦ ਦੀ ਪ੍ਰਾਪਤੀ ਕਰਨ। ਇੱਥੇ ਖਾਲਸਾ ਜੀ ਸਮਾਪਤੀ ਕਰੀਏ। ਅੱਗੇ ਮੰਗਲ ਸਮਾਪਤ ਹੋ ਗਏ ਹੈ ਤੇ ਕਥਾ ਆਰੰਭ ਹੋਵੇਗੀ। ਧੰਨ 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 ਇਸੇ ਤਰ੍ਹਾਂ ਬਾਬਾ ਸੂਰਜਮਲ ਜੀ ਦੀ ਸਗਾਈ ਤੋਂ ਇਹ 7ਵੀਂ ਰਾਸ ਜਿਹੜੀ ਆਰੰਭ ਹੁੰਦੀ ਹੈ। ਅੱਗੇ ਜਿਵੇਂ ਜਿਵੇਂ ਖਾਲਸਾ ਜੀ ਫਿਰ ਪ੍ਰਸੰਗ ਆ ਰਹੇ ਆ, ਚਿੱਤ ਬਿਰਤੀ ਇਕਾਗਰ ਕਰਕੇ ਰੋਜ਼ ਸ਼ਰਵਣ ਕਰਕੇ ਪਾਤਸ਼ਾਹ ਮਹਾਰਾਜ ਦੇ ਦਰੋਂ ਕਰੂੰ ਲਾਹਾ ਪ੍ਰਾਪਤ ਕਰੀਏ ਜੀ। ਇੱਥੇ ਸਮਾਪਤੀ। ਸੰਗਤ ਦੇ ਦਰ ਹਾਜ਼ਰੇ ਹਜ਼ੂਰ ਪ੍ਰਵਾਨ ਕਰਨਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮੇਲੇ। ਗੁਰ ਸਿੱਖ ਸੰਤਨ ਨਮੋ ਕਰ। ਸਭ ਕੈ ਚਰਨ ਮਨਾਏ। ਉਚਰੋ ਸਤਿਗੁਰ ਸੁਜਸ ਕੋ। ਮਨ ਬਾਛਤ ਫਲ ਦਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।